ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸਿਗਨਲ ਤਾਂ ਮੈਨੂੰ ਪਹਿਲਾਂ ਹੀ ਮਿਲ ਗਿਆ ਇੱਥੋਂ, ਵਾਸੀਆਂ 2-3 ਪਹਿਲਾਂ ਹੀ ਦੇਖ ਗਿਆ। ਹਾਲੇ ਮੈਂ ਫਤਿਹ ਹੀ ਬੁਲਾਈ ਸੀ, ਵਾਸੀਆਂ ਪਹਿਲਾਂ ਹੀ ਆ ਗਈਆਂ। ਸੋ ਅੱਛਾ, ਮੁਸ਼ਕਿਲ ਇਹ ਬਣ ਗਈ ਹੈ, ਅਖੀਰਲਾ ਦਿਨ ਹੈ, ਤੁਹਾਨੂੰ ਆਪਣੇ ਮੋਬਾਈਲ ਮਿਲਣ ਦਾ ਵੀ ਚਾਅ ਹੈ ਨਾ? ਨਹੀਂ ਆ? ਠੀਕ ਹੈ ਜੀ, ਬੁਲਾ ਲਈਏ। ਬੱਚੇ ਬਹੁਤ ਇੰਪ੍ਰੈਸ ਹੋਏ ਨੇ, ਸਾਰੇ ਘਰ ਜਿੰਨਾ ਕੁਝ ਅੱਜ ਤੱਕ ਉਹਨਾਂ ਨੇ ਇੱਥੇ ਸਿੱਖਿਆ। ਉਹ ਕਹਿੰਦੇ ਅਸੀਂ ਆਪਣਾ ਮੋਬਾਈਲ ਦਾਨ ਕਰਕੇ ਜਾ ਰਹੇ ਹਾਂ। ਜਿਸ ਤੁਸੀਂ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਉਹਨੂੰ ਆਕਸ਼ਨ ਕਰਕੇ ਇੱਥੇ ਆਕਸ਼ਨ ਕਰ ਦਿਆਂਗੇ, ਤੁਸੀਂ ਆਪ ਹੀ ਬਾਈ ਕਰ ਲਿਓ ਆਪਣਾ। ਹੁਣ ਠੀਕ ਹੈ, ਹਾਂਜੀ ਇਹਨੂੰ ਮਿਟਾਈ ਦੇ ਹਾਲੇ। ਇਹ ਮੈਂ ਵੀਰ ਨਾ ਕੀ ਹੋਇਆ ਵੀ ਮੈਂ ਆਇਆ ਅਤੇ ਪੁਰਾਣਾ ਹੈਗਾ ਕੈਂਪ, ਤਾਂ ਸ਼ੁਰੂ ਤੋਂ ਜੇ ਕੈਂਪ ਚੱਲਦੇ ਪਏ ਨੇ ਹਰੇਕ 'ਚ ਆਉਂਦਾ ਰਿਹਾ। ਹਾਂਜੀ, ਅਤੇ ਉਹ ਹੁਣ ਇਹਨਾਂ ਨੂੰ ਲੱਗਿਆ ਵੀ ਭਾਈ ਸਾਹਿਬ ਨੂੰ ਸਮਾਂ ਨਹੀਂ ਦਿੱਤਾ ਹੈ ਨਾ, ਵਿਚਾਰੇ ਗਿਲਟ ਫੀਲ ਕਰ ਰਹੇ ਸੀਗੇ ਅਤੇ ਮੈਨੂੰ ਲੈ ਆਏ, ਕਹਿੰਦੇ ਤੁਸੀਂ ਕਰੋ। ਮੈਂ ਕਿਹਾ ਨਹੀਂ ਚੰਗਾ ਲੱਗਦਾ, ਹੁਣ ਜਾਣ ਦਾ ਉਤਸ਼ਾਹ ਹੈਗਾ ਘਰ ਜਾਣ ਨੂੰ। ਅਤੇ ਫਿਰ ਮੇਰੀ ਪਛਾਣ ਕੀ ਹੈ, ਇਤਿਹਾਸ ਅਤੇ ਸੰਥਿਆ। ਪ੍ਰਸ਼ਾਦਾ ਛਕ ਕੇ ਜੋ ਆਹ ਗੱਲਾਂ ਕਰਾਂਗੇ ਤਾਂ ਫਿਰ ਉਹ ਔਖਾ ਕੰਮ ਹੈ ਨਾ। ਸੰਥਿਆ ਸ਼ੁਰੂ ਕਰਤੀ, ਇੱਥੇ ਤੱਕ ਕੰਮ ਗਿਆ। ਚਲ ਪਰ ਕੋਈ ਨਹੀਂ, ਮੈਂ ਕੋਸ਼ਿਸ਼ ਕਰਦਾ ਵੀ ਜੋ ਗੱਲ ਕਰਾਂ ਥੋੜ੍ਹੇ ਇੰਟਰਸਟਿੰਗ ਹੋ ਸਕੇ। ਮੈਂ ਬੋਰਿੰਗ ਜਿਹਾ ਬੰਦਾ ਵੈਸੇ ਤਾਂ, ਪਰ ਕੋਸ਼ਿਸ਼ ਕਰਾਂਗਾ ਇੰਟਰਸਟ ਬਣ ਜਾਏ। ਸੋ ਨਾ ਆਪਾਂ ਇਤਿਹਾਸ ਪੜ੍ਹਨਾ, ਨਾ ਹੀ ਸੰਥਿਆ ਕਰਨੀ ਹੈ। ਠੀਕ ਹੈ ਜੀ, ਆਪਾਂ ਕਹਾਣੀ ਪੜ੍ਹਦੇ ਹਾਂ, ਇੱਕ ਕਹਾਣੀ ਸੁਣਾਉਂਦਾ ਤੁਹਾਨੂੰ। ਅਤੇ ਆਵਾਜ਼ ਬਤਾਓ, ਇਹਨੂੰ ਕਿਸੇ ਹੋਰ ਰੱਖ ਦਿਓ, ਸਾਹਮਣੇ ਰੱਖ ਦਿਓ। ਠੀਕ ਹੈ, ਕੈਲੀਗ੍ਰਾਫੀ ਵਾਲੇ ਮੈਨੂੰ ਜੱਜ ਨਾ ਕਰਨ ਜੀ ਜੋ ਮੈਂ ਲਿਖ ਰਿਹਾ। ਅਤੇ ਇਹ ਜੋ ਜਿੰਨਾ ਲਿਖਿਆ ਗਿਆ ਇਹ ਮੇਰੀ ਦੀ ਬੈਸਟ ਹੈਂਡ ਹੈ। ਹਾਂਜੀ, ਇਸ ਤੋਂ ਅੱਛਾ ਮੈਂ ਨਹੀਂ ਲਿਖ ਸਕਾਂਗਾ ਜ਼ਿੰਦਗੀ ਵਿੱਚ। ਸੋ ਕੁਛ ਲਿਖਿਆ ਪੜ੍ਹਿਆ ਜਾ ਰਿਹਾ, ਸੁਣਿਆ ਲਿਖਿਆ ਜਾ ਰਿਹਾ ਸਭ ਨੂੰ। ਜਾਣਦਾ ਕੋਈ ਅਸਰਾਜ? ਇਹ ਕੌਣ ਹੈ ਅਸਰਾਜ? ਅਸਰਾਜ ਬਾਰੇ ਕਿਸੇ ਨੇ ਸੁਣਿਆ? ਨਹੀਂ ਸੁਣਿਆ? ਹੁਣ ਥੋੜ੍ਹਾ ਜਿਹਾ ਲਗਾਨਾ, ਫਿਰ ਤੁਸੀਂ ਸਮਝ ਜਾਓਗੇ। ਹੁਣ ਟੁੰਡਾ ਅਸਰਾਜ, ਇਹ ਸੁਣਿਆ ਨਾਮ? ਕਿੱਥੇ ਸੁਣਿਆ? ਅੱਛਾ ਜੀ, ਕਿਵੇਂ ਆਉਂਦਾ ਉਹਦੀ ਜ਼ਿਕਰ, ਕਿਵੇਂ ਆਉਂਦਾ? ਧੁਨੀ। ਅਤੇ ਇਹ ਟੁੰਡੇ ਅਸਰਾਜੇ ਦੀ ਕਹਾਣੀ ਪਤਾ ਪੜ੍ਹੀ ਹੈ? ਕਿਹਨੇ ਨੇ ਪੜ੍ਹੀ ਹੈ? ਹਾਂਜੀ, ਚਲੋ ਚੰਗਾ ਹੋ ਗਿਆ। ਨਹੀਂ ਪੜ੍ਹੀ ਤਾਂ ਥੋੜ੍ਹਾ ਇੰਟਰਸਟ ਬਣ ਜਾਏਗਾ, ਮੇਰੇ ਵਾਸਤੇ ਸੌਖਾ ਹੋ ਗਿਆ। ਜੇ ਪੜ੍ਹੀ ਹੁੰਦੀ ਤਾਂ ਮੈਂ ਡਬਲ ਮੇਰਾ ਕੰਮ ਔਖਾ ਹੋ ਗਿਆ। ਹੁਣ ਮੈਂ ਕਹਾਣੀ ਲੰਮੀ ਕਰ ਸਕਦਾ ਹੈ ਨਾ, ਸਮਾਂ ਚੱਲ ਜਾਏਗਾ ਸੋਹਣਾ। ਸੋ ਇੱਕ ਰਾਜਾ ਸੀ, ਨਾਂ ਸੀ ਸਾਰੰਗ। ਕੀ ਨਾਂ ਸੀ ਰਾਜੇ ਦਾ? ਸਾਰੰਗ। ਤੋ ਸਾਰੰਗ ਰਾਜੇ ਦਾ ਪੁੱਤਰ ਸੀ, ਉਹਦਾ ਨਾਂ ਸੀ ਅਸਰਾਜ। ਅਸਰਾਜ ਪੁੱਤਰ ਸੀ ਉਹਦਾ। ਰਾਜੇ ਦੀ ਨਾ ਵਡੇਰੀ ਉਮਰ 'ਚ ਜਾ ਕੇ ਉਹਦੀ ਰਾਣੀ ਦੀ ਮੌਤ ਹੋ ਗਈ ਹੈ ਨਾ। ਰਾਜਿਆਂ ਦਾ ਤੁਹਾਨੂੰ ਪਤਾ ਹੈ ਨਾ ਕੀ ਹਿਸਾਬ ਕਿਤਾਬ ਹੁੰਦਾ ਸੀ। ਉਹਨੇ ਇੱਕ ਹੋਰ ਵਿਆਹ ਕਰਾ ਲਿਆ। ਹੁਣ ਓਬਵੀਅਸ ਹੈਗਾ ਵੀ ਜਿਹੜੀ ਰਾਣੀ ਆਈ ਉਹ ਯੰਗ ਸੀ, ਰਾਜਾ ਬੁੱਢਾ ਸੀਗਾ, ਅਤੇ ਜਿਹੜਾ ਅਸਰਾਜ ਸੀ ਉਹ ਜਵਾਨੀ 'ਚ ਪੈਰ ਧਰ ਰਿਹਾ ਸੀਗਾ। ਅਤੇ ਰਾਣੀ ਉਹ 'ਤੇ ਮੋਹਿਤ ਹੋ ਗਈ ਹੈ ਨਾ, ਨਵੀਂ ਰਾਣੀ ਜਿਹੜੀ ਹੈ ਉਹ 'ਤੇ ਮੋਹਿਤ ਹੋ ਗਈ। ਅਤੇ ਉਹਨੇ ਗਲਤ ਸੁਨੇਹੇ ਭੇਜੇ। ਪਰ ਇਹ ਧਰਮੀ ਸੀਗਾ, ਬਹੁਤ ਧਰਮੀ ਸੀਗਾ। ਇਹਨੇ ਉਹ ਲੁਭਤ ਨਹੀਂ ਹੋਇਆ, ਆਪਣੇ ਆਪ ਨੂੰ ਉਹਨੇ ਆਪਣਾ ਸੰਜਮ ਕਾਇਮ ਰੱਖਿਆ। ਅਤੇ ਰਾਣੀ ਨੂੰ ਇਸ ਤੋਂ ਲੱਗਿਆ ਖਤਰਾ ਵੀ ਕਿਧਰੇ ਗੱਲ ਪਤਾ ਲੱਗੀ ਅਤੇ ਮੇਰਾ ਕੰਮ ਔਖਾ ਹੋ ਜਾਣਾ। ਉਹ ਰਾਜੇ ਨੂੰ ਝੂਠੀ ਸ਼ਿਕਾਇਤ ਲਾਤੀ ਵੀ ਤੇਰਾ ਪੁੱਤਰ ਤਾਂ ਗਲਤ ਹੈਗਾ, ਇਹ ਮੇਰੇ ਨੂੰ ਗਲਤ ਨਿਗਾਹ ਨਾਲ ਦੇਖਦਾ। ਰਾਜਾ ਕੰਨਾਂ ਦਾ ਕੱਚਾ, ਆਮ ਹੁੰਦੇ ਹੀ ਨੇ। ਹਾਂਜੀ, ਅਤੇ ਉਹਨੇ ਜੀ ਉਸੇ ਵੇਲੇ ਕੀ ਕੀਤਾ, ਪੁੱਤਰ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ। ਇਹਨੂੰ ਜੰਗਲ 'ਚ ਜਾ ਕੇ ਇਹਨੂੰ ਕਲਮ ਕਰਕੇ ਸਿਰ ਕਲਮ ਕਰ ਦਿਓ ਇਹਦਾ, ਅਤੇ ਇਹਦੀ ਨਿਸ਼ਾਨੀ ਇਹਦਾ ਹੱਥ ਵੱਢ ਕੇ ਲਿਆਓ ਮੇਰੇ ਕੋਲ, ਦਿਖਾਇਓ ਤੁਸੀਂ ਮਾਰਤਾ। ਵਜ਼ੀਰ ਜਿਹੜੇ ਸੀਗੇ ਉਹ ਸਿਆਣੇ ਸੀ, ਉਹਨੂੰ ਪਤਾ ਸੀ ਰਾਜਾ ਜਿਹੜਾ ਹੈਗਾ ਇਹ ਗਲਤ ਕੰਮ ਕਰ ਰਿਹਾ, ਇਹ ਪੁੱਤਰ ਤਾਂ ਬਹੁਤ ਨੇਕ ਹੈਗਾ ਅਤੇ ਇਹਦੇ ਨਾਲ ਜ਼ੁਲਮ ਹੋ ਰਿਹਾ। ਉਹਨਾਂ ਨੇ ਉਹਨੂੰ ਮਾਰਿਆ ਨਹੀਂ, ਉਹਦਾ ਹੱਥ ਵੱਢ ਕੇ ਉਹਨੂੰ ਉੱਥੇ ਜੰਗਲ ਵਿੱਚ ਛੱਡ ਕੇ ਆ ਗਏ। ਰਾਜੇ ਨੂੰ ਕਹਤਾ ਮਾਰਤਾ, ਹੱਥ ਦੀ ਨਿਸ਼ਾਨੀ ਦਿਖਾਤੀ। ਹੁਣ ਉਹ ਉੱਥੇ ਪਿਆ
ਪਿਆ ਤੇ ਉੱਥੋਂ ਦੀ ਇੱਕ ਵਣਜਾਰਿਆਂ ਦਾ ਟੋਲਾ ਨਿਕਲਿਆ, ਇੱਕ ਉਹਨਾਂ ਦੇ ਟਾਂਡਾ ਕਹਿੰਦੇ ਰਾਜਿਆਂ ਦੇ ਵਣਜਾਰਿਆਂ ਦੇ ਟਾਂਡੇ ਹੁੰਦੇ ਸੀ। ਟਾਂਡੇ ਪਤਾ ਕੀ ਹੁੰਦੇ ਨੇ? ਗੱਡਿਆਂ ਦਾ ਸਮੂਹ, 500-700 ਗੱਡਾ, 10 ਗੱਡਾ, ਹਰੇਕ ਦਾ ਆਪਣਾ ਆਪਣਾ ਟਾਂਡਾ ਹੁੰਦਾ ਸੀਗਾ। ਭਾਈ ਲੱਖੀ ਸ਼ਾਹ ਵਣਜਾਰਾ ਦੇ ਕਈ ਟਾਂਡੇ ਚੱਲਦੇ ਸੀਗੇ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੋਈ ਹੈ, ਉਦੋਂ ਵੀ ਉਹਨਾਂ ਨੇ ਬੜੀ ਸਕੀਮ ਦੇ ਨਾਲ ਗੁਰੂ ਸਾਹਿਬ ਦਾ ਜਿਹੜਾ ਉਹਨਾਂ ਦੇ ਦੇਹ ਨੂੰ ਉਹਨਾਂ ਨੇ ਸੰਭਾਲਣਾ ਸੀ, ਉਹਦੀ ਇੱਕ ਸਕੀਮ ਬਣਾਈ ਗਈ ਸੀਗੀ। ਕਿਉਂਕਿ ਉਹਨਾਂ ਦੇ ਟਾਂਡੇ ਚੱਲਦੇ ਸੀ। ਉਹਨਾਂ ਦੱਸਿਆ ਭਾਈ ਸਾਹਿਬ ਨੇ, ਲਾਲ ਕਿਲ੍ਹੇ ਦੀ ਕੰਸਟਰਕਸ਼ਨ ਵਿੱਚ ਵੀ ਉਹਨਾਂ ਦਾ ਮੁਗਲ ਦਰਬਾਰ ਵਿੱਚ ਵੱਡੇ ਠੇਕੇਦਾਰ ਸੀ, ਤੇ ਉਹ ਇੱਕ ਟਾਂਡਾ ਉਹਨਾਂ ਨੇ ਪਲਾਨ ਕੀਤਾ। ਜਦੋਂ ਸ਼ਹਾਦਤ, ਕਿਉਂਕਿ ਗੁਰੂ ਸਾਹਿਬ ਨੇ ਕਿਹਾ ਤਾਂ ਸੀ ਵੀ ਸ਼ਹਾਦਤ ਅਟੱਲ ਹੈ, ਹਾਂਜੀ, ਬਚਾਉਣ ਦੀ ਗੱਲ ਨਹੀਂ ਕਰਨੀ। ਫਿਰ ਮੁਗਲਾਂ ਨੇ ਹੁਕਮ ਇਹ ਕੀਤਾ ਐਸੇ ਵੀ ਮਹਾਰਾਜ ਦੀ ਦੇਹ ਦਾ ਨਿਰਾਦਰ ਕਰਨਾ ਹੈ ਨਾ, ਕੋਈ ਚੱਕੇਗਾ ਨਹੀਂ। ਹੁਣ ਚੱਕਣਾ ਵੀ ਹੈਗਾ, ਸਿੱਖਾਂ ਦੀ ਜ਼ਰੂਰਤ ਹੈ। ਉਹਨਾਂ ਨੇ ਇੱਕ ਪਲਾਨ ਕੀਤਾ, ਟਾਂਡਾ 100-200 ਗੱਡੇ ਦਾ ਟਾਂਡਾ ਵੀ ਉਧਰੋਂ ਯੂਪੀ ਤੋਂ ਆਏਗਾ, ਐਂਟਰ ਕਰੇਗਾ ਜਦੋਂ, ਉੱਥੇ ਚੁੰਗੀ ਕੱਟੀ ਜਾਏਗੀ। ਰੂਹਾਂ ਦੇ ਗੱਡਿਆਂ ਦਾ ਟਾਂਡਾ ਲਿਆਂਦਾ ਗਿਆ, ਉਹ ਐਂਟਰ ਕੀਤਾ ਦਿੱਲੀ ਵਿੱਚ। 2 ਗੱਡੇ ਰੂਹ ਦੇ ਭਰ ਕੇ ਚਾਂਦਨੀ ਚੌਕ ਦੇ ਨੇੜੇ ਲੁਕੋ ਕੇ ਖੜੇ ਕਰ ਦਿੱਤੇ ਗਲੀਆਂ ਵਿੱਚ, ਹੈ ਨਾ। ਤੇ ਜਿਵੇਂ ਹੀ ਉਹਨਾਂ ਮੌਕਾ ਲੱਗਿਆ, ਮਹਾਰਾਜ ਦੀ ਦੇਹ ਪਵਿੱਤਰ ਦੇ ਉਹਨਾਂ ਚੱਕੀ, ਇੱਕ ਰੂਹ ਦੇ ਗੱਡੇ 'ਚ ਪਾਈ, ਤੇ ਉਹ ਲਿਆ ਕੇ ਜਿਹੜਾ ਟਾਂਡਾ ਤੁਰਿਆ ਜਾਂਦਾ ਸੀ ਉਹ 'ਚ ਪਾਤਾ, ਤੇ 2 ਗੱਡੇ ਬਾਹਰ ਕੱਢਤੇ। ਜਦੋਂ ਮਹਾਰਾਜ ਦੀ ਦੇਹ ਚੱਕੀ ਗਈ, ਇੱਕਦਮ ਰੌਲਾ ਪੈ ਗਿਆ, ਸਾਰੇ ਪਾਸੇ ਰੈੱਡ ਅਲਰਟ, ਹਾਂਜੀ, ਸਾਰੇ ਪਾਸੇ ਨਾਕੇ ਲੱਗ ਗਏ। ਤੇ ਲੱਖੀ ਸ਼ਾਹ ਵਣਜਾਰਾ ਜੀ ਦਾ ਟਾਂਡਾ ਆ ਰਿਹਾ, ਹਾਂਜੀ, ਉਹ ਕਹਿੰਦੇ ਲਿਆਓ ਜੀ ਨਿਸ਼ਾਈ ਦੀ ਤਲਾਸ਼ੀ ਲੈਣੀ ਹੈ। ਤਲਾਸ਼ੀ ਲੈਣ ਲੱਗਿਆ, ਤੇ ਉਹ ਜਦੋਂ ਉਹਨਾਂ ਨੇ ਦਿਖਾਈ ਵੀ ਆ ਚੁੰਗੀ ਹੈ, 100 ਗੱਡਾ ਸੀ, ਐਂਟਰ ਕੀਤਾ ਸੀਗਾ ਉਹਨਾਂ, ਗਿਣਤੀ ਕੀ 100 ਗੱਡਾ ਰੂਹ ਦਾ, ਚਲੋ ਜਾਓ। ਲੈ ਜਾ ਕੇ ਫਿਰ ਉਹ ਗੱਡਾ ਜਿਹ 'ਚ ਮਹਾਰਾਜ ਦੀ ਦੇਹ ਸੀ, ਉਹ ਗੱਡੇ ਸਮੇਤ ਹੀ ਉਹਨੂੰ ਅੰਦਰ ਲਿਜਾ ਕੇ ਮਹਾਰਾਜ ਦੀ ਦੇਹ ਦਾ ਸੰਸਕਾਰ ਕੀਤਾ। ਇਸ ਤਰ੍ਹਾਂ ਟਾਂਡੇ ਚੱਲਦੇ ਹੁੰਦੇ ਸੀ, ਜਿਵੇਂ ਅੱਜ ਕੱਲ੍ਹ ਟ੍ਰੇਨਸ ਚੱਲਦੀਆਂ ਨੇ, ਉਦੋਂ ਟਾਂਡੇ ਹੁੰਦੇ ਸੀ, ਗੱਡਿਆਂ ਦੇ ਸਮੂਹ ਚੱਲਦੇ ਸੀਗੇ। ਤੇ ਉਹ ਟਾਂਡਾ ਲੰਘਦਾ ਸੀਗਾ ਵਣਜਾਰਿਆਂ ਦਾ। ਉਹਨਾਂ ਨੇ ਦੇਖਿਆ ਵੀ ਗਰੀਬ ਜਰਾ ਮਾਰਿਆ ਪਿਆ, ਉਹਨਾਂ ਨੇ ਥੋੜ੍ਹਾ ਉਪਚਾਰ ਕੀਤਾ, ਉਹ ਬਚ ਗਿਆ। ਉਹਨੂੰ ਗੱਡੇ 'ਚ ਪਾ ਲਿਆ ਉਹਨਾਂ ਨੇ, ਗੱਡੇ 'ਚ ਪਾ ਕੇ ਤੁਰ ਪਏ। ਥੋੜ੍ਹਾ ਜਾਂਦੇ ਜਾਂਦੇ ਸੁਰਤ ਆ ਗਈ, ਅਗਲੇ ਕਿਤੇ ਦੂਰ ਕਿਸੇ ਹੋਰ ਦੇਸ਼ ਵਿੱਚ ਪਹੁੰਚੇ, ਤਾਂ ਉੱਥੇ ਇੱਕ ਧੋਬੀ ਸੀ, ਉਹਨੂੰ ਵੇਚ ਦਿੱਤਾ ਉਹਨਾਂ ਨੇ। ਧੋਬੀ ਨੂੰ ਵੇਚਤਾ ਮੁੰਡਾ, ਹੈ ਨਾ। ਆਮ ਵੇਚੇ ਜਾਂਦੇ ਸੀ, ਗੁਲਾਮ ਹੁੰਦੇ ਸੀ, ਨੌਕਰ ਵੇਚੇ ਜਾਂਦੇ ਸੀ, ਹੈ ਨਾ। ਉਹਨਾਂ ਨੇ 4 ਪੈਸੇ ਕਮਾਏ, ਜੇਬ 'ਚ ਪਾਏ। ਹੁਣ ਉਹ ਧੋਬੀ ਦਾ ਨੌਕਰ ਹੋ ਗਿਆ। ਧੋਬੀ ਨੇ ਉਹਨੂੰ ਕੰਮ ਦੇਤਾ ਵੀ ਖੋਤੇ 'ਤੇ ਲੱਦ ਕੇ ਲਿਜਾਂਦਾ ਸੀ, ਕੱਪੜੇ ਦਰਿਆ ਜਾ ਕੇ ਧੋਂਦਾ ਸੀ, ਲੈ ਆਉਂਦਾ ਸੀ। ਧੋਬੀ ਦਾ ਨੌਕਰ ਜੋ ਹੋ ਗਿਆ। ਉਸ ਦੇਸ਼ ਦਾ ਰਾਜਾ ਗੁਜ਼ਰ ਗਿਆ, ਸੰਤਾਨ ਕੋਈ ਨਹੀਂ ਉਸ ਰਾਜੇ ਦੀ। ਹੁਣ ਪੁਰਾਣੇ ਸਮੇਂ ਦੀ ਕਹਾਣੀ ਹੈ, ਸੱਚ ਹੈ ਕਿਵੇਂ ਨਹੀਂ, ਪਰ ਇਹ ਟੁੰਡੇ ਇਸ ਰਾਜੇ ਦੀ ਕਹਾਣੀ ਇਸ ਤਰ੍ਹਾਂ ਹੀ ਚੱਲਦੀ ਹੈ। ਤਾਂ ਵਜ਼ੀਰਾਂ ਨੇ ਸਲਾਹ ਕੀਤੀ ਵੀ ਹੁਣ ਰਾਜਾ ਸਾਡੇ ਕੋਲ ਹੈ ਨਹੀਂ, ਰਾਜੇ ਦਾ ਕੋਈ ਬੱਚਾ ਨਹੀਂ ਹੈ, ਰਾਜ ਕਿਹਨੂੰ ਦੇਈਏ, ਰਾਜ ਕਿਹਨੂੰ ਦੇਈਏ ਹੁਣ। ਤੇ ਉਹਨਾਂ ਨੇ ਆਪਸ ਵਜ਼ੀਰਾਂ ਨੇ, ਉਹਨਾਂ ਦੀ ਜਿਹੜੀ ਮੰਤਰੀ ਮੰਡਲ ਬੈਠਿਆ, ਕੈਬਨਿਟ ਬੈਠੀ, ਕੈਬਨਿਟ ਨੇ ਡਿਸਾਈਡ ਕੀਤਾ ਵੀ ਕੱਲ੍ਹ ਸਵੇਰ ਨੂੰ ਜਦੋਂ ਪਹਿਲੀ ਵਾਰ ਕੋਈ ਆ ਕੇ ਜਿਹੜਾ ਵੀ ਕੋਈ ਜਿਹੜਾ ਸ਼ਹਿਰ ਦਾ ਦਰਵਾਜ਼ਾ ਖੜਕਾਏਗਾ, ਉਹ ਰਾਜਾ ਬਣ ਜਾਏਗਾ। ਠੀਕ ਹੈ ਜੀ। ਰਾਤ ਨੂੰ ਕੁਦਰਤ ਵੱਲੋਂ ਵਰਤਿਆ ਇਸ ਤਰ੍ਹਾਂ ਦਾ ਭਾਣਾ ਵੀ ਉਹ ਧੋਬੀ ਦਾ ਗਧਾ ਖੁੱਲ੍ਹ ਕੇ ਭੱਜ ਗਿਆ ਕਿਧਰੇ। ਤੇ ਇਹ ਉੱਠਿਆ, ਇਹਨੇ ਕਿਹਾ ਸਵੇਰ ਨੂੰ ਮੈਂ ਕੰਮ 'ਤੇ ਲੈ ਕੇ ਜਾਣਾ, ਲੱਦ ਕੇ ਲੈ ਜਾਣਾ ਖੋਤਾ, ਤੇ ਖੋਤਾ ਤਾਂ ਹੈ ਨਹੀਂ। ਤੇ ਲੱਭਣ ਤੁਰ ਗਿਆ, ਲੱਭਣ ਤੁਰਿਆ, ਤੇ ਤੁਰਦਾ ਤੁਰਦਾ ਉਹ ਜਿਹੜਾ ਗੇਟ ਸੀਗਾ, ਮੇਨ ਗੇਟ, ਉੱਥੇ ਆ ਗਿਆ ਕਿ ਅੰਦਰ ਨਾ ਰਾਤ ਕਿੱਥੇ ਚਲਾ ਗਿਆ। ਉਹਨੇ ਗੇਟ ਖੜਕਾਇਆ, ਉਹ ਉਹਨਾਂ ਨੇ ਫੁੱਲ ਹਾਰ ਪਾ ਕੇ ਉਹਨੂੰ ਸਿਆਸਤ ਦੇ ਆਖੇ ਲਿਆ ਕੇ ਸ਼ਹਿਨਾਈਆਂ ਦੇ ਨਾਲ, ਢੋਲ ਢਮੱਕੇ ਦੇ ਨਾਲ ਦਰਬਾਰ 'ਚ ਲਿਆਏ। ਹਾਂਜੀ, ਉਹਨੂੰ ਇਸ਼ਨਾਨ ਕਰਾਇਆ, ਸੋਹਣੇ ਉਸਦੇ ਵਸਤਰ ਪਾਏ, ਮੁਕਟ ਲਾਇਆ, ਤੇ ਉਹਨੂੰ ਰਾਜ ਸਿੰਘਾਸਨ 'ਤੇ ਬਿਠਾਤਾ। ਰਾਜਾ ਬਣ ਗਿਆ। ਹਾਂਜੀ, ਰਾਜਾ ਬਣ ਗਿਆ। ਤੇ ਹੁਣ ਕਿਉਂਕਿ ਰਾਜੇ ਦਾ ਪੁੱਤਰ ਸੀ, ਪਹਿਲਾਂ ਹੀ ਰਾਜੇ ਦਾ ਪੁੱਤਰ ਸੀਗਾ, ਉੱਥੇ ਸਿੱਖਿਆ ਵੀ ਉਹਨੂੰ ਮਿਲੀ ਹੋਈ ਸੀਗੀ, ਹੈ ਨਾ। ਕੁਛ ਸੰਸਕਾਰ ਮਿਲ ਜਾਂਦੇ ਜੋ ਪਰਿਵਾਰ ਵਿੱਚ ਬੈਠਦੇ ਹੋ, ਅਤੇ ਚੰਗੇ ਸੰਸਕਾਰ ਸੀਗੇ ਉਹਦੇ ਕੋਲ। ਗੁੱਡ ਐਡਮਿਨਿਸਟ੍ਰੇਟਰ ਸੀਗਾ, ਹਾਂਜੀ, ਗੁੱਡ ਲੀਡਰ ਸੀਗਾ, ਇਨਹੈਰੈਂਟ ਉਹਦੀ ਕੁਆਲਿਟੀ ਸੀਗੀ, ਗੁੱਡ ਲੀਡਰਸ਼ਿਪ ਕੁਆਲਿਟੀ, ਹਾਂਜੀ, ਗੁੱਡ ਐਡਮਿਨਿਸਟ੍ਰੇਟਰ। ਅਤੇ ਉਹਨੂੰ ਜੀ ਜਦੋਂ ਰਾਜਾ ਬਣਾਇਆ, ਤਾਂ ਹੀ ਵਾਜ਼ ਵੈਰੀ ਸਕਸੈਸਫੁਲ ਕਿੰਗ। ਉਹਦਾ ਰਾਜ ਬੜੀਆਂ ਤਰੱਕੀਆਂ ਕਰਨ ਲੱਗ ਪਿਆ, ਬਹੁਤ ਜ਼ਿਆਦਾ। ਅਤੇ ਉਹਦੀ ਧੁੰਮਾਂ ਬਹੁਤ ਪੈਣ ਲੱਗ ਪਈਆਂ ਉਸ ਰਾਜ ਦੀਆਂ ਚਾਰੇ ਬੰਨੇ। ਇੱਕ ਵਾਰ ਕੀ ਹੋਇਆ ਵੀ ਫੈਮਿਨ ਪੈ ਗਿਆ, ਅਕਾਲ ਪੈ ਗਿਆ ਸਾਰੇ ਪਾਸੇ, ਵਰਖਾ ਨਹੀਂ ਹੋਈ, ਸਾਰਿਆਂ ਦੇ ਕੋਲ ਅੰਨ ਦੇ ਭੰਡਾਰ ਹੋ ਗਏ। ਪਰ ਇਹ ਸਿਆਣਾ ਸੀਗਾ, ਇਹਨੇ ਬਹੁਤ ਭੰਡਾਰ ਪਹਿਲਾਂ ਹੀ ਪਲਾਨ ਕਰਕੇ ਰੱਖੇ ਹੋਏ ਸੀਗੇ ਇਹ ਜੀ ਆਪਦਾ ਵਾਸਤੇ। ਮੋਦੀ ਵਰਗਾ ਨਹੀਂ ਸੀਗਾ ਵੀ ਆਕਸੀਜਨ ਨਹੀਂ ਹੈ ਤੇ ਉਹ ਆਕਸੀਜਨ ਮੱਦੇ ਮਰ ਗਏ, ਪਹਿਲੇ ਪਲਾਨ ਨਹੀਂ ਕੀਤੀ ਹੈ। ਦੁਨੀਆ ਨੇ ਪਹਿਲਾਂ ਪਲਾਨ ਕੀਤਾ ਵੀ ਆਕਸੀਜਨ ਦੀ ਕਮੀ ਆ ਸਕਦੀ ਹੈ, ਵੈਕਸੀਨ ਦੀ ਕਮੀ, ਦਵਾਈਆਂ ਦੀ ਕਮੀ ਆ ਸਕਦੀ ਹੈ, ਸਾਡਾ ਐਕਸਪੋਰਟ ਕਰ ਰਿਹਾ, ਹੈ ਨਾ। ਅਤੇ ਉਹ ਸਿਆਣਾ ਰਾਜਾ ਸੀਗਾ, ਮੋਦੀ ਵਰਗਾ ਨਹੀਂ ਸੀ। ਅਤੇ ਉਹਨੇ ਪਹਿਲਾਂ ਹੀ ਪਲੈਨਿੰਗ ਕੀਤੀ ਹੋਈ ਸੀ, ਉਹਨੂੰ ਪਤਾ ਸੀ ਕਦੇ ਵੀ ਕੁਦਰਤੀ ਆਫਤ ਆ ਸਕਦੀ ਹੈ, ਕਦੇ ਕੋਈ ਮੁਸ਼ਕਿਲ ਆ ਸਕਦੀ ਹੈ।
ਕਦੇ ਕੋਈ ਹੜ੍ਹ ਆ ਗਿਆ, ਕਦੇ ਸੋਕਾ ਪੈ ਗਿਆ, ਉਦੋਂ ਕੀ ਕਰਾਂਗੇ? ਰਾਜ ਦੇ ਆਪਣੇ ਦੇਸ਼ ਵਾਸੀਆਂ ਵਾਸਤੇ ਉਹਨੇ ਹਮੇਸ਼ਾ ਅੰਨ ਦੇ ਵੱਡੇ ਵੱਡੇ ਭੰਡਾਰ ਬਣਾ ਕੇ ਰੱਖਦਾ ਸੀ। ਉਹ ਅੰਨ ਦੇ ਭੰਡਾਰ ਇੰਨੇ ਸੀ ਉਹਦੇ ਕੋਲ ਵੀ ਉਹ ਆਪਣੇ ਦੇਸ਼ ਦੇ ਜਿਹੜੇ ਵਸਿੰਦੇ ਸੀ, ਉਹਦੇ ਜਿਹੜੇ ਸਿਟੀਜ਼ਨ ਸੀ, ਉਹਨਾਂ ਦਾ ਵੀ ਖਿਆਲ ਰੱਖ ਸਕਿਆ ਤੇ ਨਾਲ ਦੇ ਗਵਾਂਢੀ ਮੁਲਕਾਂ ਨੂੰ ਵੀ ਉਹਨੇ ਦਿੱਤਾ, ਹੈ ਨਾ। ਗ੍ਰਾਂਟ ਜਾਂਦੀ ਹੈ ਨਾ, ਜਦੋਂ ਕੋਈ ਮੁਲਕ ਦਾ ਅਮਰੀਕਾ ਗ੍ਰਾਂਟ ਦਿੰਦਾ ਜੀ 200 ਮਿਲੀਅਨ ਦੀ ਗ੍ਰਾਂਟ ਨੈਰੋਬੀ ਨੂੰ, ਹੈ ਨਾ। ਉਧਰ ਗਰੀਬ ਮੁਲਕ ਹੈ ਉਹਨੂੰ ਫਲਾਣਾ, ਹਾਂਜੀ। ਅੱਜ ਬੰਗਲਾਦੇਸ਼ ਵਿੱਚ ਪ੍ਰੋਬਲਮ ਆ ਗਈ, ਸਾਰੇ ਮੁਲਕ ਦਿੰਦੇ ਆ, ਗ੍ਰਾਂਟਸ ਦਿੰਦੇ ਨੇ, ਉਹ ਗ੍ਰਾਂਟ ਦਿੰਦਾ, ਉਹਨੇ ਵੀ ਗ੍ਰਾਂਟਸ ਦਿੱਤੀਆਂ। ਇਹਦੇ ਨਾਲ ਰਾਜ ਦੀ ਸ਼ੋਭਾ ਵੱਧਦੀ ਹੈ, ਹਾਂਜੀ, ਲੋਕੀ ਉਹਦਾ ਪਛਾਣ ਅੱਛੀ ਬਣਦੀ ਹੈ। ਤੇ ਉਹਨੇ ਵੀ ਐਂ ਕੀਤਾ, ਹੈ ਨਾ। ਉਹਨੇ ਵੀ ਆਸ-ਪਾਸ ਦੇ ਮੁਲਕਾਂ ਦੇ ਉਹ ਫਿਰ ਇਹਦਾ ਜਿਹੜਾ ਪਿਓ ਦਾ ਵਜ਼ੀਰ ਸੀਗਾ, ਉੱਥੇ ਵੀ ਬਹੁਤ ਸੋਕਾ ਪੈ ਗਿਆ। ਉੱਥੇ ਵੀ ਜਿਹੜੀ ਜਨਤਾ ਸੀ ਉਹ ਤਰ੍ਹਾਂ ਤਰ੍ਹਾਂ ਕਰ ਰਹੀ ਸੀ, ਭੁੱਖੀ ਮਰਦੀ ਸੀ। ਤੇ ਉਹਨੂੰ ਪਤਾ ਲੱਗਿਆ ਵੀ ਉਸ ਦੇਸ਼ ਵਿੱਚ ਜਿੱਥੇ ਕੋਈ ਰਾਜਾ ਹੈ ਉਹਦੇ ਕੋਲ ਭੰਡਾਰ ਬਹੁਤ ਨੇ, ਉਹ ਸਾਰਿਆਂ ਨਾਲ ਸਾਂਝੇ ਕਰਦਾ ਪਿਆ, ਬੜਾ ਧਰਮੀ ਹੈ। ਤੇ ਉਹਨਾਂ ਨੇ ਉਹ ਵਜ਼ੀਰ ਉਹਦੇ ਕੋਲ ਆਇਆ, ਹੈ ਨਾ, ਮਿਲਣ ਵਾਸਤੇ ਆਇਆ, ਰਿਪਰੈਜ਼ੈਂਟੇਸ਼ਨ ਲੈ ਕੇ, ਰਿਕੁਐਸਟ ਲੈ ਕੇ ਵੀ ਸਾਨੂੰ ਵੀ ਤੁਸੀਂ ਇਹ ਅੰਨ ਦੇ ਭੰਡਾਰ ਦਿਓ। ਤੇ ਜਦ ਆਇਆ ਤੇ ਉਹਨੇ 1 ਮਿੰਟ ਵਿੱਚ ਪਛਾਣ ਲਿਆ, ਵਜ਼ੀਰ ਨੇ ਤਾਂ ਉਹਨੂੰ ਬਚਾਇਆ ਸੀ, ਉਹਨੇ ਪਛਾਣਿਆ ਤੂੰ ਤਾਂ ਮੇਰੇ ਰਾਜੇ ਦਾ ਪੁੱਤਰ ਹੈ, ਤੂੰ ਤਾਂ ਸਰਾਜ ਹੈ। ਉਹਨੇ ਵੀ ਪਛਾਣ ਲਿਆ। ਉਹਨੇ ਨਾਲੇ ਤਾਂ ਉਹਨੂੰ ਭੰਡਾਰ ਵੀ ਦਿੱਤੇ। ਵਜ਼ੀਰ ਨੇ ਜਾ ਕੇ ਰਾਜੇ ਨੂੰ ਕਿਹਾ ਵੀ ਤੁਸੀਂ ਉਦੋਂ ਮੈਨੂੰ ਕਿਹਾ ਸੀ ਤੁਹਾਡੇ ਪੁੱਤਰ ਨੂੰ ਮਾਰਨ ਨੂੰ, ਮੈਂ ਮਾਰਿਆ ਨਹੀਂ ਸੀ, ਉਹ ਕਿਉਂਕਿ ਬਹੁਤ ਉਹਦੇ ਨਾਲ ਧੱਕਾ ਹੋਇਆ ਸੀ ਉਹਦੇ, ਪਰ ਤੁਹਾਨੂੰ ਦੱਸ ਨਹੀਂ ਸਕਦੇ ਸੀਗੇ, ਉਹਦੇ ਖਿਲਾਫ ਸਬੂਤ ਇਸ ਤਰ੍ਹਾਂ ਦੇ ਪੇਸ਼ ਕੀਤੇ ਗਏ, ਤੁਸੀਂ ਫਾਂਸੀ ਦੀ ਸਜ਼ਾ ਦਿੱਤੀ, ਮੈਂ ਅਸੀਂ ਮਾਰਿਆ ਨਹੀਂ ਉਹਨੂੰ, ਪਰ ਅੱਜ ਉਹ ਇਸ ਦੇਸ਼ ਦਾ ਰਾਜਾ ਬਣ ਗਿਆ ਤੇ ਉਹ ਸਾਰੇ ਸਾਡੇ ਮੁਲਕ ਨੂੰ ਬਚਾਉਣ ਵਾਸਤੇ ਉਹਨੇ ਖੁੱਲ੍ਹੇ ਭੰਡਾਰ ਦੇਤੇ ਨੇ। ਰਾਜੇ ਨੂੰ ਵੀ ਪਛਤਾਪ ਹੋਇਆ, ਉਹਨੇ ਆਪਣੇ ਪੁੱਤਰ ਨੂੰ ਬੁਲਾਇਆ, ਉਹਨੂੰ ਆਪਣੇ ਰਾਜ ਵੀ ਦਿੱਤਾ। ਹੁਣ 2 ਮੁਲਕਾਂ ਦਾ ਰਾਜਾ ਬਣ ਗਿਆ, ਹਾਂਜੀ। ਸੋ ਇਹ ਕਿਵੇਂ ਉਹਦੇ ਪ੍ਰਾਲਬਧ ਬਦਲੀ, ਹੈ ਨਾ। ਹੁਣ ਤੁਸੀਂ ਦੇਖੋ ਉਹਦੇ ਆਪਾਂ ਲਾਈਫ ਹਿਸਟਰੀ ਆਪਾਂ ਪਲਾਨ ਕਰੀਏ, ਕੀ ਸੀਗਾ ਉਹ? ਪਹਿਲਾਂ ਕੀ ਸੀਗਾ? ਰਾਜੇ ਦਾ ਪੁੱਤਰ, ਹੈ ਨਾ, ਰਾਜੇ ਦਾ ਪੁੱਤਰ ਸੀਗਾ। ਉਸ ਤੋਂ ਬਾਅਦ ਉਹ ਕੀ ਬਣ ਗਿਆ? ਧੋਬੀ ਦਾ ਨੌਕਰ। ਫਿਰ ਕੀ ਬਣ ਗਿਆ ਜੀ? ਰਾਜਾ। ਗਿਆ ਨਹੀਂ, ਹਲੇ ਰਾਚੀ ਹੈ। ਰਾਜੇ ਦਾ ਪੁੱਤਰ ਸੀਗਾ, ਉਹਦੀ ਕਿਸਮਤ ਨੇ ਪਲਟਾ ਖਾਦਾ, ਧੋਬੀ ਦਾ ਨੌਕਰ ਬਣ ਗਿਆ। ਰਾਜ ਭਾਅ ਕਿੱਥੇ ਮਿਲਣਾ ਸੀ, ਕਿੱਥੋਂ ਨੇ, ਹੈ ਨਾ, ਕਿੰਨੇ ਸੁੱਖ ਮਾਣਨੇ ਸੀਗੇ, ਪਰ ਕਿੰਨੇ ਕਸ਼ਟ ਚੱਲੇ। ਬਾਂਹ ਵੀ ਕਰੇ, ਟੁੰਡਾ ਪੰਜਾਬੀ ਜਿਹਦਾ ਹੱਥ ਕੱਟਿਆ ਹੋਵੇ, ਇੱਕ ਹੱਥ ਜਾਂ ਬਾਂਹ ਹੋਵੇ, ਉਹਨੂੰ ਟੁੰਡਾ ਕਹਿੰਦੇ ਆ ਪੰਜਾਬੀ ਵਿੱਚ, ਨਾ। ਇਸ ਕਰਕੇ ਟੁੰਡਾ ਸਰਾਜਾ, ਹਾਂਜੀ, ਟੁੰਡਾ ਸਰਾਜ ਸੀਗਾ ਉਹਦਾ ਨਾਮ, ਇਸ ਕਰਕੇ ਟੁੰਡਾ ਪੈ ਗਿਆ ਨਾਮ ਉਹਦਾ। ਅਤੇ ਉਹਦੀ ਜਿਹੜੀਆਂ ਫਿਰ ਮਹਿਮਾ ਨਾ ਜਿਹੜੀ ਸੀ ਉਹ ਵਾਰਾਂ ਗਾਈਆਂ ਗਈਆਂ। ਜਦੋਂ ਰਾਜਾ ਬਣਿਆ ਨਾ, ਉਹਦੀ ਤਾਜਪੋਸ਼ੀ ਦੁਬਾਰਾ ਹੋਈ ਆਪਣੇ ਮੁਲਕ 'ਚ, ਫਿਰ ਉੱਥੋਂ ਦੇ ਜਿਹੜੇ ਗਵਈਏ ਸੀ, ਰਾਜ ਗਵਈਏ ਸੀ, ਉਹਨਾਂ ਨੇ ਵਾਰ ਗਾਈ ਉਹਦੀ ਉਸਤਤ ਵਿੱਚ। ਉਹ ਧੁਨੀ ਸੀ ਇੱਕ ਖਾਸ, ਹੈ ਨਾ। ਉਹ ਧੁਨੀ ਜਿਹੜੀ ਟੁੰਡੇ ਅਸਰਾਜੇ ਦੀ ਧੁਨੀ, ਇੱਕ ਮਹਾਰਾਜ ਨੇ ਕਿਹਾ ਵੀ ਇਸ ਧੁਨ ਦੇ ਉੱਤੇ ਹੀ ਵਾਹਿਗੁਰੂ ਵਾਹਿਗੁਰੂ, ਹਾਂਜੀ, ਟੁੰਡੇ ਅਸਰਾਜ ਦੀ ਜਿਹੜੀ ਧੁਨ ਹੈ ਉਹਦੇ ਉੱਤੇ ਆਸਾ ਕੀ ਵਾਰ ਦੀ ਤੁਸੀਂ ਧੁਨ ਲਾਉਣੀ ਹੈ। ਇਹ ਉਸ ਧੁਨ ਦੇ ਉੱਤੇ ਇਸਨੂੰ ਗਾਉਣਾ ਮਹਾਰਾਜ ਨੇ ਧੁਨ। ਇਹ ਧੁਨਾਂ ਕਿਹਨੇ ਅੰਕਿਤ ਕੀਤੀਆਂ ਸੀਗੀਆਂ ਜੀ? ਹਾਂਜੀ, ਅੱਛਾ ਜੀ। ਪਰ ਜਿਹੜੀ ਟੁੰਡੇ ਅਸਰਾਜੇ ਕੀ ਧੁਨੀ ਹੈ, ਕਿਉਂਕਿ ਮਹਾਰਾਜ ਕਹਿੰਦੇ ਨਾ ਉਹਦੇ ਵਿੱਚ, ਗੁਰੂ ਨਾਨਕ ਸਾਹਿਬ ਕਹਿੰਦੇ ਬਾਕੀ ਜਿੰਨੇ ਵੀ ਵਾਰਾਂ ਨੇ ਨਾ, ਵਾਰਾਂ ਦਾ ਬੰਤਰ ਕੀ ਹੁੰਦੀ ਹੈ? ਪੌੜੀਆਂ, ਹੈ ਨਾ, ਸਿਰਫ ਪੌੜੀਆਂ ਹੁੰਦੀਆਂ ਨੇ ਵਾਰਾਂ 'ਚ। ਭਾਈ ਗੁਰਦਾਸ ਜੀ ਦੀ ਵਾਰਾਂ ਨੇ ਸਿਰਫ ਪੌੜੀਆਂ ਨੇ। ਬਾਕੀ ਸ਼ਲੋਕ ਗੁਰੂ ਅੰਗਦ, ਗੁਰੂ ਅਰਜਨ ਪਾਤਸ਼ਾਹ ਨੇ ਜਦੋਂ ਬੀੜ ਸੰਕਲਿਤ ਕੀਤੀ, ਗੁਰੂ, ਹੈ ਨਾ, ਆਦਿ ਬੀੜ ਜਿਹੜੀ ਇਕੱਠੀ ਕੀਤੀ, ਉਦੋਂ ਉਹਨਾਂ ਨੇ ਨਾਲ ਰਲਦੇ ਮਿਲਦੇ ਸ਼ਲੋਕ ਲਾ ਕੇ ਆਸਾ ਕੀ ਵਾਰ ਬਣਾਈ, ਆਸਾ ਕੀ ਵਾਰ ਤਿਆਰ ਕੀਤੀ ਹੈ। ਉਹਨੇ ਸਾਰੀ ਵਾਰਾਂ ਤਿਆਰ ਕੀਤੀਆਂ, ਪਰ ਆਸਾ ਕੀ ਵਾਰ ਦਾ ਜਦੋਂ ਆਪਾਂ ਸਿਰਲੇਖ ਦੇਖਦੇ ਹਾਂ ਨਾ, ਉੱਥੇ ਲਿਖਿਆ ਸ਼ਲੋਕ ਭੀ ਮਹਿਲੇ ਪਹਿਲੇ ਕੇ ਲਿਖੇ। ਕਹਿਣ ਦਾ ਭਾਵ ਇਹ ਜਿਹੜੇ ਸ਼ਲੋਕ ਨੇ ਮਹਾਰਾਜ ਦੱਸਦੇ ਪਏ ਨੇ, ਇਹ ਸ਼ਲੋਕ ਵੀ 12 ਪੌੜੀਆਂ ਦੇ ਨਾਲ ਮਹਿਲੇ ਪਹਿਲੇ ਗੁਰੂ ਨਾਨਕ ਸਾਹਿਬ ਨੇ ਲਿਖਤੇ, ਅੰਕਿਤ ਕਰਤੇ ਸੀਗੇ। ਇਹ ਇੱਕ ਵਾਰ ਹੈ ਜਿਹਦੇ ਸ਼ਲੋਕ ਗੁਰੂ ਨਾਨਕ ਪਾਤਸ਼ਾਹ ਨੇ ਆਪ ਲਿਖੇ ਸ਼ਲੋਕ। ਉਹਦੇ 'ਚ ਦੂਜੇ ਮਹੱਲੇ ਦੇ ਸ਼ਲੋਕ ਕੁਝ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਐਡ ਕੀਤੇ, ਪਰ ਬਾਕੀ ਦੇ ਜਿੰਨੇ ਵੀ ਸ਼ਲੋਕ ਮਹਾਰਾਜ ਦੇ ਪਹਿਲੇ ਪਾਤਸ਼ਾਹ ਦੇ ਨੇ, ਉਹ ਗੁਰੂ ਨਾਨਕ ਸਾਹਿਬ ਨੇ ਆਪ ਐਡ ਕੀਤੇ ਸੀਗੇ। ਸੋ ਇਹ ਵਾਰ ਉਸ ਟੁੰਡੇ ਅਸਰਾਜ ਦੀ ਧੁਨ ਦੇ ਉੱਤੇ ਗਾਉਣ ਦਾ ਸਾਨੂੰ ਵਿਧਾਨ ਹੈ। ਉਹ ਅੱਜ ਅਸੀਂ ਵਿਸਰਦੀ ਜਾ ਰਹੀ ਹੈ ਅੱਜ, ਹੈ ਨਾ। ਆਪਾਂ ਉਨੀ ਮਿਹਨਤ ਨਹੀਂ ਕਰਦੇ ਕੌਮ ਵਿੱਚ, ਹੈ ਨਾ, ਵੀ ਆਪਾਂ ਧੁਨਾਂ ਨੂੰ ਬਚਾਈਏ, ਉਹ ਧੁਨਾਂ ਦੇ ਉੱਤੇ ਗਾਉਂਦੇ ਰਹੀਏ। ਚਲੋ ਅਲੱਗ ਦੁਖਾਂਤ ਹੈ। ਹੁਣ ਇਹ ਦੇਖੋ ਹੋਇਆ ਕਿ ਰਾਜੇ ਦਾ ਪੁੱਤਰ ਤੁਹਾਨੂੰ ਨਹੀਂ ਦਿਖ ਰਿਹਾ ਨਾ ਇਸ ਪਾਸੇ ਲਿਖਿਆ ਹੋਇਆ,
ਬੋਰਡ ਜਿਹੜਾ ਨਹੀਂ ਦਿਖ ਕਿਵੇਂ ਕਰੀਏ ਫਿਰ ਇਹਦਾ ਹਾਂਜੀ ਤੁਹਾਨੂੰ ਵੀ ਨਹੀਂ ਦਿਖ ਰਿਹਾ ਫਿਰ ਹੁਣ ਕੀ ਕਰੀਏ ਮੈਨੂੰ ਤਾਂ ਇਹਨਾਂ ਨੇ ਬੜੇ ਧਰਮ ਸੰਕਟ 'ਚ ਪਾਤਾ ਸਾਰਾ ਕੁਝ ਔਖਾ ਦਿੱਤਾ ਮੈਨੂੰ ਬੈਠਣਾ ਵੀ ਔਖਾ ਇਹਨਾਂ ਦਾ ਟਾਈਮ ਵੀ ਔਖਾ ਪ੍ਰਸ਼ਾਦੇ ਤੋਂ ਬਾਅਦ ਸਾਰਾ ਤੇ ਬੋਰਡ ਵੀ ਨਹੀਂ ਕੰਮ ਕਰਦਾ ਅੰਦਰੋਂ ਸੀ ਪ੍ਰੋਜੈਕਟਰ ਵੀ ਲਾ ਦਿੱਤਾ ਹੈ ਹੁਣ ਦਿਖ ਰਿਹਾ ਜੀ ਥੋੜਾ ਜਿਹਾ ਇਹ ਕਰ ਦਿੰਦੇ ਠੀਕ ਹੈ ਜੀ ਸੋ ਅੱਧਾ ਸਮਾਂ ਤਾਂ ਇਹ 'ਚ ਨਿਕਲ ਜਾਣਾ ਆਪਣਾ ਹਾਂ ਨੌਕਰ ਸੀਗਾ ਤੇ ਮੁੜ ਕੇ ਰਾਜਾ ਹੋ ਗਿਆ ਹੁਣ ਇਹੀ ਪ੍ਰਾਲਬਧ ਹਰ ਜੀਵ ਦੀ ਹੈਗੀ ਹੈ ਸਾਰੇ ਹੀ ਵਾਹਿਗੁਰੂ ਜੀ ਦੇ ਅੰਸ਼ ਆ ਆਪਾਂ ਸਾਰੇ ਹੀ ਵਾਹਿਗੁਰੂ ਜੀ ਦੀ ਅੰਸ਼ ਆ ਆਪਾਂ ਹੈ ਨਾ ਆਪਾਂ ਇਹ ਟੁੰਡਾ ਸਰਾਜ ਹੈ ਇੱਥੇ ਅਸੀਂ ਆਪਣੇ ਆਪ ਨੂੰ ਪਾ ਲਈਏ ਹੈ ਨਾ ਅਸੀਂ ਵੀ ਅਕਾਲ ਪੁਰਖ ਦੀ ਸੰਤਾਨ ਆ ਠੀਕ ਹੈ ਜੀ ਆਪਣੇ ਕਰਮਾਂ ਦੇ ਗੇੜ ਕਰਕੇ ਪੂਰਬਲੇ ਕਰਮਾਂ ਕਰਕੇ ਜਾਂ ਇਸ ਜੀਵਨ ਦੇ ਵਿੱਚ ਆਪਣੇ ਭੈੜੇ ਕਰਮਾਂ ਕਰਕੇ ਅਸੀਂ ਉਹ ਜਿਹੜਾ ਸਾਨੂੰ ਜਿਹੜਾ ਐਡਵਾਂਟੇਜ ਐਡਾ ਤਕੜਾ ਐਡਵਾਂਟੇਜ ਮਿਲਿਆ ਉਹ ਖੁਜਾ ਲੈਂਦੇ ਆ ਅਸੀਂ ਧੋਬੀ ਦੇ ਨੌਕਰ ਵਰਗੇ ਹੋ ਕੇ ਰਹਿ ਜਾਂਦੇ ਆ ਹਨਾ ਮਾਇਆ ਦੇ ਨੌਕਰ ਅਸੀਂ ਮਾਇਆ ਦੇ ਉਹ 'ਚ ਆ ਜਾਂਦੇ ਆ ਆਪਾਂ ਇਹਨੂੰ ਮਾਇਆ ਧਾਰੀ ਲਿਖ ਦਿੰਦੇ ਆ ਸੌਖਾ ਕਰਨ ਵਾਸਤੇ ਹੈ ਨਾ ਪਰ ਜਦੋਂ ਗੁਰੂ ਨਾਨਕ ਪਾਤਸ਼ਾਹ ਖੁਸ਼ ਹੁੰਦੇ ਆ ਨਾ ਹੈ ਨਾ ਤੇ ਉਹ ਸਾਨੂੰ ਕੀ ਕਰਦੇ ਨੇ ਕੀ ਬਖਸ਼ਦੇ ਨੇ ਹਾਂਜੀ ਨਹੀਂ ਉਸ ਤੋਂ ਪਹਿਲਾਂ ਹਾਂਜੀ ਸਾਨੂੰ ਨਾਮਦਾਨ ਬਖਸ਼ਦੇ ਨੇ ਸਾਨੂੰ ਸਿੱਖੀ ਬਖਸ਼ਦੇ ਆ ਤੇ ਅਸੀਂ ਮੁੜ ਫਿਰ ਅਕਾਲ ਪੁਰਖ ਦੇ ਪੁੱਤਰ ਰਾਜੇ ਬਣ ਜਾਂਦੇ ਆ ਹਨਾ ਹੁਣ ਅਸੀਂ ਕਿ ਮਹਾਰਾਜ ਕੀ ਕਹਿੰਦੇ ਨੇ ਜਿਸ ਨਾਮ ਹਿਰਦੈ ਸੋਈ ਵੱਡ ਰਾਜਾ ਕਹੋ ਜਿਸ ਨਾਮ ਹਿਰਦੈ ਸੋਈ ਵੱਡ ਰਾਜਾ ਜਿਸ ਨਾਮ ਹਿਰਦੈ ਸੋਈ ਵੱਡ ਰਾਜਾ ਜਿਸ ਨਾਮ ਹਿਰਦੈ ਤਿਸ ਪੂਰੇ ਕਾਜਾ ਜਿਸ ਨਾਮ ਹਿਰਦੈ ਤਿਸ ਪੂਰੇ ਕਾਜਾ ਹੋਇਆ ਕੀ ਸੀਗਾ ਜਦੋਂ ਉਹ ਟੁੰਡਾ ਜਦੋਂ ਰਾਜਾ ਬਣਿਆ ਉਹਨੂੰ ਕੀ ਫਰਕ ਪਿਆ ਹਨਾ ਹੈ ਤਾਂ ਇੱਕ ਧੋਬੀ ਦਾ ਪੁੱਤਰ ਸੀ ਫਰਕ ਕੀ ਪਿਆ ਉਹਨੂੰ ਉਹਦਾ ਅੱਜ ਉਹ ਅਸਰਾਜ ਹੈ ਧੋਬੀ ਦਾ ਨੌਕਰ ਹੈ ਤੇ ਕੱਲ ਨੂੰ ਜਦੋਂ ਉਹ ਇੰਨਾ ਪਰਾਕਰਮੀ ਰਾਜਾ ਬਣ ਗਿਆ ਫਰਕ ਕੀ ਆਇਆ ਉਹਦੇ ਵਿੱਚ ਕੀ ਫਰਕ ਸੀਗਾ ਕੀ ਚੇਂਜ ਆਈ ਸੀ ਉਹਦੀ ਲਾਈਫ ਵਿੱਚ ਉਹਨੂੰ ਕੀ ਮਿਲਿਆ ਸੀਗਾ ਟੁੰਡਾ ਸੀਗਾ ਉਹਨੂੰ ਰਾਜਾ ਮਿਲ ਗਿਆ ਖਿਤਾਬ ਹੈ ਨਾ ਹੁਣ ਰਾਜਾ ਅਸਰਾਜ ਹੋ ਗਿਆ ਉਹ ਫਰਕ ਇੰਨਾ ਹੀ ਪਿਆ ਰਾਜਾ ਅਸਰਾਜ ਜਦੋਂ ਰਾਜਾ ਬਣਿਆ ਉਹਨੂੰ ਰਾਜ ਦੀਆਂ ਸਾਰੀਆਂ ਤਾਕਤਾਂ ਉਹਦੇ ਕੋਲ ਆ ਗਈਆਂ ਰਾਜ ਦੀਆਂ ਤਾਕਤਾਂ ਕੀ ਹੁੰਦੀਆਂ ਨੇ ਸੈਨਾ ਫੌਜਾਂ ਹੁੰਦੀਆਂ ਨੇ ਰਾਜ ਕੋਲ ਖਜ਼ਾਨਾ ਹੁੰਦਾ ਹੋਰ ਕੀ ਹੁੰਦਾ ਰਾਜ ਕੋਲ ਹਾਂਜੀ ਰਾਜ ਕੋਲ ਫੌਜਾਂ ਹੋ ਗਈਆਂ ਸੈਨਾ ਫੌਜਾਂ ਦੇ ਵਿੱਚ ਹੀ ਸ਼ਸਤਰ ਵੀ ਆ ਗਏ ਸਾਰਾ ਕੁਝ ਆ ਗਿਆ ਖਜ਼ਾਨੇ ਹੋ ਗਏ ਹੋਰ ਕੀ ਹੁੰਦਾ ਹੈ ਉਹਦੇ ਕੋਲ ਸਿਆਣੇ ਲੋਕ ਹੁੰਦੇ ਨੇ ਪੜ੍ਹੇ ਲਿਖੇ ਹਾਂਜੀ ਵਜ਼ੀਰ ਹੁੰਦੇ ਜਿਹੜੇ ਪੜ੍ਹੇ ਲਿਖੇ ਸਿਆਣੇ ਸਾਰੀ ਹੈ ਨਾ ਸੋ ਉਹਦੇ ਕੋਲ ਗਿਆਨ ਵੀ ਆ ਗਿਆ ਰੈਡੀਮੇਡ ਗਿਆਨ ਉਹਨੂੰ ਕੁਝ ਕਰਨ ਦੀ ਲੋੜ ਨਹੀਂ ਕੋਈ ਵੀ ਪ੍ਰੋਬਲਮ ਹੈਗੀ ਹੈ ਕੋਈ ਉਹਨੂੰ ਇਕਨੋਮਿਕ ਇਸ਼ੂ ਦੀ ਲੋੜ ਹੈ ਉਹਨੇ ਇਕਨੋਮਿਕਸ ਮਿਨਿਸਟਰ ਨੂੰ ਪੁੱਛ ਲੈਣਾ ਵੀ ਫਾਈਨੈਂਸ ਮਿਨਿਸਟਰ ਪੇ ਦੱਸ ਇਹਨੂੰ ਤੂੰ ਕਿਵੇਂ ਸੋਲਵ ਕਰੇਗਾ ਹਾਂਜੀ ਹਾਂਜੀ ਉਹਦੇ ਕੋਲ ਸਾਰੀ
ਉਹਦੇ ਕੋਲ ਗਿਆਨ ਆ ਗਿਆ ਸਾਰਾ, ਗਿਆਨ ਆ ਗਿਆ। ਹਾਂਜੀ, ਰਾਜੇ ਦਾ ਹੁਕਮ, ਰਾਜਾ ਤਾਂ ਉਹ ਨਾਲ ਹੀ ਹੋ ਗਿਆ ਨਾ, ਉਹ ਹੁਕਮ ਤਾਂ ਚੱਲਿਆ ਕਿ ਉਹਦੇ ਕੋਲ ਆ ਸਾਰਾ ਕੁਝ ਆ ਗਿਆ। ਹਾਂਜੀ, ਖਜ਼ਾਨਾ ਆ ਗਿਆ, ਗਿਆਨ ਆ ਗਿਆ, ਹੋਰ ਕੀ ਹੋ ਸਕਦਾ ਹੈ? ਹਾਂਜੀ, ਉਹਦੀਆਂ ਲੱਖਾਂ ਬਾਹਾਂ ਹੋ ਗਈਆਂ ਹਨਾ, ਸਾਰਾ ਰਾਜ ਜਿਹੜਾ ਹੈ ਹੁਣ ਉਹਦੇ ਮਾਥੇ ਤੇ ਹੋ ਗਿਆ ਹਨਾ। ਉਹਦੇ ਕੋਲ ਕਿੰਨੀਆਂ ਸਾਰੇ ਉਹਦੇ ਜਿਹੜੇ ਸਿਟੀਜ਼ਨ ਸੀ ਉਹ ਸਾਰੇ ਉਹਦੇ ਨੌਕਰ ਬਣ ਗਏ ਕਾਈਂਡ ਆਫ ਨਾ, ਸਾਰੇ ਉਹਨੂੰ ਸਲਾਮਾ ਕਰਦੇ ਆ। ਉਹੀ ਕੁਛ ਹੋਇਆ ਨਾ, ਇਹੀ ਕੁਛ ਹੋ ਰਿਹਾ। ਜੇ ਆਪਾਂ ਹੁਣ ਸ਼ਬਦ ਪੜ੍ਹਿਆ ਨਾ, ਜਿਸ ਨਾਮ ਹਿਰਦੈ ਸੋਈ ਵੱਡ ਰਾਜਾ, ਉਹੀ ਹੁੰਦਾ ਹੈ। ਜਦੋਂ ਨਾਮ ਮਿਲਦਾ ਹੈ ਨਾ, ਨਾਮ ਦੇ ਨਾਲ ਸਾਨੂੰ ਗਿਆਨ ਵੀ ਮਿਲ ਜਾਂਦਾ ਹੈ, ਸਾਨੂੰ ਸਾਰੇ ਖਜ਼ਾਨੇ ਮਿਲ ਜਾਂਦੇ ਹੈ, ਸਾਨੂੰ ਸਾਰੀਆਂ ਤਾਕਤਾਂ ਮਿਲ ਜਾਂਦੀਆਂ ਨੇ। ਇਹ ਕੁਛ ਅਪਗ੍ਰੇਡ ਕਹਿੰਦੇ ਨੇ, ਨਾਮ ਕੁਛ ਨਹੀਂ ਜੀ, ਗਿਆਨ ਹੈ। ਅਪਗ੍ਰੇਡ ਕਹਿੰਦੇ ਨਾ ਅੱਜ ਕੱਲ੍ਹ, ਗਿਆਨ ਹੈ ਨਾਮ, ਹੋਰ ਕੁਛ ਨਹੀਂ ਹੈ ਨਾ। ਉਹ ਠੀਕ ਕਹਿ ਰਹੇ ਨੇ, ਪਰ ਅੱਧਾ ਕੁ ਗੱਲ ਕਰ ਰਹੇ ਨੇ, ਉਹਨੂੰ ਪੂਰੀ ਗੱਲ ਨਹੀਂ ਪਤਾ। ਗਿਆਨ ਹੈ, ਨਾਮ ਗਿਆਨ ਹੈ, ਨਾਮ ਧਨ ਹੈ, ਨਾਮ ਤਾਕਤ ਹੈ, ਨਾਮ ਤੁਹਾਡੇ ਮਤਲਬ ਜੋ ਦੁਨੀਆ ਦੇ ਤੁਸੀਂ ਨਾਮ, ਤੁਹਾਡਾ ਪਰਿਵਾਰ ਹੈ, ਵੱਡ ਪਰਿਵਾਰ ਆ। ਜੋ ਉਹ ਕਹਿੰਦੇ, ਮਹਾਰਾਜ ਕਹਿੰਦੇ, ਜਿਸ ਨਾਮ ਹਿਰਦੇ ਤਿਸ ਕੋਟ ਕਈ ਸੈਨਾ ਹੈ ਨਾ, ਜਿਸ ਨਾਮ ਹਿਰਦੇ ਤਿਸ ਸੋ ਵੱਡ ਪਰਿਵਾਰਾ। ਇਸ ਸਾਰੀ ਬਾਣੀ ਵਿੱਚ ਇਸ ਤਰ੍ਹਾਂ ਆਏਗਾ, ਉਹ ਵੱਡਾ ਪਰਿਵਾਰ ਵੀ ਹੈ, ਉਹਦੇ ਕੋਲ ਹਰ ਤਰੀਕੇ ਦੀ ਤਾਕਤ ਆ ਜਾਂਦੀ ਹੈ। ਸਾਰੀਆਂ ਜੋ ਨਾਮ ਹੈ ਉਹਦੇ ਨਾਲ ਨਾਲ ਜੋ ਕੁਝ ਜੁੜਿਆ ਹੈਗਾ ਉਹ ਨਾਲ ਹੀ ਆ ਜਾਂਦਾ ਹੈ। ਸੋ ਗੁਰੂ ਨਾਨਕ ਸਾਹਿਬ ਜਦੋਂ ਬਖਸ਼ਿਸ਼ ਕਰਦੇ ਨੇ ਨਾ, ਜੋ ਤੁਹਾਨੂੰ ਨਾਮਦਾਨ ਬਖਸ਼ਦੇ ਨੇ, ਉਹ ਨਾਮ ਦੇ ਨਾਲ ਸਭ ਕੁਝ ਆ ਜਾਂਦਾ। ਹੁਣ ਨਾਮ ਦੀ ਗੱਲ ਕਰੀਏ, ਮਹਾਰਾਜ ਕੀ ਕਹਿੰਦੇ ਨੇ? ਇਹ ਰਚਨਾ ਜਦੋਂ ਮਹਾਰਾਜ ਕਹਿੰਦੇ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ। ਸੋ ਇਹ ਰਚਨਾ ਮਹਾਰਾਜ ਜਦੋਂ ਸਾਰਾ ਕੁਝ ਰਚਨਾ ਕੀਤੀ, ਵਾਹਿਗੁਰੂ ਜੀ ਹੈ, ਸਾਰਾ ਕੁਝ ਵਾਹਿਗੁਰੂ ਜੀ ਨੇ ਉਹਨਾਂ ਜੋ ਰਚਿਆ, ਨਾਲ ਹੀ ਵਾਹਿਗੁਰੂ ਜੀ ਦਾ ਨਾਮ ਵੀ ਆ ਗਿਆ। ਫਰਕ ਨਹੀਂ ਹੈ, ਦੋਈ ਕੁਦਰਤ ਸਾਜੀਏ। ਜਿਹੜੀ ਕੁਦਰਤ ਹੈ ਉਹ ਦੂਜੇ ਲੈਵਲ ਤੇ ਹੈ। ਵਾਹਿਗੁਰੂ ਜੀ ਦਾ ਨਾਮ ਨਾ, ਵਾਹਿਗੁਰੂ ਜੀ ਦਾ ਨਾਮ ਦੋਨੇ ਪੂਰਕ ਨੇ ਇੱਕ ਦੂਜੇ। ਜਿੱਥੇ ਵਾਹਿਗੁਰੂ ਜੀ ਨੇ ਉੱਥੇ ਨਾਮ ਹੈ, ਜਿੱਥੇ ਨਾਮ ਹੈ ਉੱਥੇ ਵਾਹਿਗੁਰੂ ਜੀ ਨੇ, ਕੋਈ ਫਰਕ ਨਹੀਂ ਹੈ। ਹੁਣ ਨਾਮ ਕਿੱਥੋਂ ਮਿਲਣਾ? ਹਾਂਜੀ, ਨਾਮ ਵਾਹਿਗੁਰੂ ਜੀ ਕਿਤੇ ਵਸਦੇ ਨੇ? ਹਾਂਜੀ, ਵਾਹਿਗੁਰੂ ਜੀ ਕਿਤੇ ਵਸਦੇ ਨੇ? ਮਹਾਰਾਜ ਕਹਿੰਦੇ ਨੇ, ਘਟ ਘਟ ਅੰਤਰ ਸਰਬ ਨਿਰੰਤਰ ਕੇਵਲ ਏਕ ਮੁਰਾਰੀ। ਹਰ ਜੀਵ ਵਿੱਚ, ਹਰ ਰਚਨਾ ਵਿੱਚ ਏਕ ਅਨੇਕ ਵਿਆਪਕ ਪੂਰਕ, ਜਤ ਦੇਖਾਂ ਤਤ ਸੋਈ, ਮਾਇਆ ਚਿੱਤਰ ਵਿਚਿੱਤਰ ਵਿਮੋਹਿਤ, ਬਿਰਲਾ ਬੂਝੈ ਕੋਈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸਾਰਾ ਕੁਛ ਹੀ ਅਕਾਲ ਪੁਰਖ ਹੈ, ਫਰਕ ਹੀ ਨਹੀਂ ਕੋਈ ਹੈ। ਇਹ ਵੀ ਅਕਾਲ ਪੁਰਖ ਹੈ, ਇਹ ਸਾਰੇ ਅਕਾਲ ਪੁਰਖ ਹੈ, ਕੋਈ ਫਰਕ ਨਹੀਂ ਹੈ। ਹਾਂਜੀ, ਔਰ ਕਮਾਲ ਦੀ ਗੱਲ ਹੈ, ਸਾਰੀ ਰਚਨਾ ਅਕਾਲ ਪੁਰਖ ਦੇ ਵਿੱਚ ਹੈ, ਤੇ ਵਾਹਿਗੁਰੂ ਵੀ ਸਾਰੀ ਰਚਨਾ ਦੇ ਵਿੱਚ ਹੈ। ਹਾਂਜੀ, ਅੱਗੇ ਮਹਾਰਾਜ ਕਹਿੰਦੇ ਨੇ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਜਲ ਤਰੰਗ ਅਰ ਫੇਨ ਬੁੱਧਬੁਦਾ, ਜਲ ਤੇ ਭਿਰ ਨਾ ਹੋਈ। ਇਹ ਪਰਪੰਚ ਪਾਰ ਬ੍ਰਹਮ ਕੀ ਲੀਲਾ, ਵਿਚਰਤ ਆਨ ਨਾ ਕੋਈ। ਫਰਕ ਕੀ ਹੋਇਆ? ਮਿਥਿਆ ਭਰਮ ਅਰ ਸੁਪਨ ਮਨੋਰਥ, ਸਤ ਪਦਾਰਥ ਜਾਣਿਆ। ਹੈ ਨਾਮ ਵਾਹਿਗੁਰੂ ਜੀ ਸਾਡੇ ਕੋਲ ਹੀ, ਪਰ ਜਿਹੜਾ ਇਹ ਸਾਰਾ ਮਿਥਿਆ ਸੀ ਨਾ, ਇੱਕ ਭਰਮ ਸਾਡੇ ਅੰਦਰ ਪੈ ਗਿਆ। ਸਾਨੂੰ ਇੱਕ ਸੁਪਨੇ ਵਾਂਗੂ ਜਿਹੜੀਆਂ ਚੀਜ਼ਾਂ ਨੇ ਉਹ ਸੱਚੀਆਂ ਲੱਗ ਰਹੀਆਂ ਨੇ। ਆਹ ਸਾਨੂੰ ਸੱਚ ਲੱਗ ਰਿਹਾ, ਪਰਿਵਾਰ ਸੱਚ ਲੱਗ ਰਿਹਾ। ਜੇ ਕੱਲ੍ਹ ਗੱਲ ਕੀਤੀ ਸੀ ਨਾ, ਇਹ ਜਾਂ ਧਨ ਦਾਰਾ ਅਰ ਜਾਂ ਧਨ ਜੋਬਨ ਅਰ ਸੁਤ ਦਾਰਾ, ਪੇਖਨ ਕੋ ਜੋ ਦਿਓ। ਇਹ ਹੈ ਵਾਹਿਗੁਰੂ, ਸਭ ਵਾਹਿਗੁਰੂ ਜੀ ਦਾ ਰੂਪ ਹੈ, ਪਰ ਸਾਨੂੰ ਵਾਹਿਗੁਰੂ ਜੀ ਨਹੀਂ ਦਿਖਦੇ, ਸਾਨੂੰ ਉਹਨਾਂ ਦੀ ਦਿੱਤੀਆਂ ਹੋਈਆਂ ਦਾਤਾਂ ਦਿਖਦੀਆਂ ਨੇ। ਫਰਕ ਇੱਥੇ ਆ ਗਿਆ ਸਾਡੇ ਵਾਸਤੇ, ਪ੍ਰੋਬਲਮ ਇੱਥੇ ਕ੍ਰੀਏਟ ਹੋ ਗਈ। ਸੋ ਇਹ ਆਪਾਂ ਭੇਦ ਜਦੋਂ ਸਮਝ ਲਿਆ, ਜਦੋਂ ਮਹਾਰਾਜ ਨੇ ਸਾਡੇ ਵਾਸਤੇ ਇਹ ਭੇਦ ਖੋਲ੍ਹ ਦਿੱਤਾ, ਉਸ ਤੋਂ ਬਾਅਦ ਸਾਡੇ ਵਾਸਤੇ ਸਾਰੀਆਂ ਮੁਸ਼ਕਿਲਾਂ ਖਤਮ। ਫਿਰ ਸਾਨੂੰ ਵੀ ਹਰ ਪਾਸੇ, ਜੋ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਨਾ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਫਿਰ ਸਾਡੇ ਵਾਸਤੇ ਵੀ ਉਹੀ ਹੋ ਜਾਏਗਾ। ਇੱਥੇ ਤੱਕ ਆਪਾਂ ਪਹੁੰਚਣਾ। ਮੈਂ ਲੰਬਾ ਨਹੀਂ ਲੈ ਕੇ ਜਾਣਾ, ਮੈਨੂੰ ਪਤਾ ਹੈ ਅੱਜ ਦਾ ਲੈਕਚਰ ਜਿਹੜਾ ਹੈਗਾ ਸਭ ਤੋਂ ਜ਼ਿਆਦਾ। ਹਾਂਜੀ, ਹੈ ਕਾਰ ਦੀ ਚਾਬੀ ਪਤਾ ਨਹੀਂ ਕਿੱਥੇ ਹੈ।
ਫੋਨ ਨਹੀਂ ਨੋ ਯਾਦ ਨਹੀਂ ਮੈਨੂੰ ਲੈਪਟਾਪ ਦੇ ਬੈਗ ਦੇ ਮੂਹਰੇ ਦੇਖ ਲਓ ਅੰਦਰ ਮਿਲਣਾ ਕਿੱਥੋਂ ਹੈ ਸਤਸੰਗ ਤੋਂ ਹੁਣ ਮਹਾਰਾਜ ਨੇ ਉਹਦੀ ਜੁਗਤ ਦੱਸ ਦਿੱਤੀ ਹੈ ਨਾਮ ਕਿੱਥੋਂ ਪ੍ਰਾਪਤ ਹੋਣਾ ਉਹਦੀ ਜੁਗਤ ਕੀ ਹੈਗੀਆਂ ਨੇ ਉਹਦੀ ਜੁਗਤ ਹੈਗੀ ਹੈ ਸਤਿਗੁਰੂ ਸਤ ਸੰਗਤ ਤੇ ਗੁਰਮੰਤਰ ਹਾਂਜੀ ਸਤਿਗੁਰੂ ਦਾ ਦੂਜਾ ਰੂਪ ਹੈ ਗੁਰਬਾਣੀ सतगुरु यानी गुरबाणी सत्संगत क्योंकि विच संगत हर प्रभ वसै जियो जिथे संगत है उत्थे गुरु जी वसदे ने ते गुरमंत्र इन्हां दे अभ्यास दे नाल सत्संगत दे विच जदों असीं अभ्यास करना उदों पर उहदे वास्ते एक होर शर्त हैगी है वाहिगुरू जी कहने सच ने एक ओंकार सत नाम सत नाम नाल भी जुड़ना है सत एक ओंकार दे नाल भी जुड़ना है ਵਾਹਿਗੁਰੂ ਜੀ ਇੱਕ ਕੇਵਲ ਸੱਚ ਦੁਨੀਆ ਦਾ ਸੱਚ ਜੋ ਹੈ ਅਕਾਲ ਪੁਰਖ ਹੈ ਬਾਕੀ ਉਹਨਾਂ ਦੀ ਰਚਨਾ ਹੁਣ ਸੱਚ ਵਿੱਚ ਸੱਚ ਹੀ ਸਮਾ ਸਕਦਾ ਦੁੱਧ ਵਿੱਚ ਕੁਝ ਹੋਰ ਪਾਵਾਂਗੇ ਨਹੀਂ ਗੱਲ ਬਣੇਗੀ ਨਾ ਦੁੱਧ ਵਿੱਚ ਦੁੱਧ ਪਾਵਾਂਗੇ ਤਾਂ ਹੀ ਰਲਦਾ ਤੇ ਉਹਦੇ ਵਾਸਤੇ ਪਹਿਲਾਂ ਇਹ ਵੀ ਸੱਚ ਬਣੇਗਾ ਜਦ ਤੱਕ ਇਸ ਸਰੀਰ ਦੇ ਵਿੱਚ ਸੱਚ ਨਹੀਂ ਆਉਂਦਾ ਕਹਿੰਦੇ ਨੇ ਮਹਾਰਾਜ ਕਹਿੰਦੇ ਨੇ ਸਾਚੀ ਬਾਣੀ ਸੂਚਾ ਹੋਏ ਗੁਣ ਤੇ ਨਾਮ ਪ੍ਰਾਪਤ ਹੋਏ ਪਹਿਲਾਂ ਸੁੱਚੇ ਹੋਵਾਂਗੇ ਉਹ ਸਾਚੀ ਬਾਣੀ ਨੇ ਸੁੱਚਾ ਕਰਨਾ ਹੈ ਜਦੋਂ ਸੁੱਚੇ ਹੋਵਾਂਗੇ ਔਗਣ ਗਏ ਗੁਣ ਆ ਗਏ ਹਾਂਜੀ ਕਹਿੰਦੇ ਮਹਾਰਾਜ ਆਪਾਂ ਪੜ੍ਹਦੇ ਹਾਂ ਬਿਨ ਗੁਣ ਕੀਤੇ ਭਗਤ ਨਾ ਹੋਏ ਅਕਾਲ ਪੁਰਖ ਵਾਹਿਗੁਰੂ ਜੀ ਦੇ ਜਿਹੜੇ ਗੁਣ ਸਾਡੇ ਕੋਲ ਆਉਂਦੇ ਨੇ ਤਾਂ ਹੀ ਅਸੀਂ ਭਗਤੀ ਕਰ ਸਕਦੇ ਉਹ ਗੁਣ ਕਿੱਥੋਂ ਪ੍ਰਾਪਤ ਹੁੰਦੇ ਨੇ ਗੁਣ ਤੋਂ ਫਿਰ ਨਾਮ ਪ੍ਰਾਪਤ ਹੁੰਦਾ ਹੈ ਸਾਚੀ ਬਾਣੀ ਸੂਚਾ ਹੋਏ ਗੁਣ ਤੇ ਨਾਮ ਪ੍ਰਾਪਤ ਹੋਏ ਸੋ ਇਹ ਸਾਡੀ ਜਿਹੜੀ ਟੁੰਡੇ ਅਸਰਾਜ ਵਾਲੀ ਸਾਡੀ ਇਹੀ ਸਾਡੀ ਅਵਸਥਾ ਹੈਗੀ ਹੈ ਅਸੀਂ ਸਾਰੇ ਜਿੰਨੇ ਵੀ ਜੀਵ ਇਸ ਸੰਸਾਰ ਵਿੱਚ ਪੈਦਾ ਹੋਏ ਨੇ ਔਰ ਹਰ ਜੀਵ ਦੀ ਪ੍ਰਾਲਬਧ ਹੈਗੀ ਹੈ ਉਹ ਅਕਾਲ ਪੁਰਖ ਵਾਹਿਗੁਰੂ ਵਿੱਚ ਸਮਾ ਸਕਦਾ ਹੈ ਹਰ ਵਾਸਤੇ ਪ੍ਰਾਲਬਧ ਹੈ ਮਨੁੱਖਾਂ ਦੇ ਹੀ ਨੂੰ ਬਹੁਤ ਵੱਡਾ ਐਡਵਾਂਟੇਜ ਹੈ ਮਨੁੱਖਾਂ ਦੇ ਹੀ ਵਿੱਚ ਗੁਰਸਿੱਖਾਂ ਨੂੰ ਬਹੁਤ ਹੀ ਵੱਡਾ ਐਡਵਾਂਟੇਜ ਹੈਗਾ ਕਿਉਂ ਐਡਵਾਂਟੇਜ ਹੈ ਸਾਨੂੰ ਕਿਹੜਾ ਐਡਵਾਂਟੇਜ ਹੈ ਸਾਡੇ ਵਾਸਤੇ ਹਾਂਜੀ ਹਾਂ ਪਰ ਸਿੱਖਾਂ ਨੂੰ ਕਿਉਂ ਹੋਰ ਸਭ ਤੋਂ ਵੱਡਾ ਐਡਵਾਂਟੇਜ ਸਿੱਖਾਂ ਵਾਸਤੇ ਕਿਉਂ ਹੈਗਾ ਹਾਂਜੀ ਗੁਰਬਾਣੀ ਬਖਸ਼ਤੀ ਹੈ ਸਾਨੂੰ ਗੁਰੂ ਜਾਗਦਾ ਗੁਰੂ ਸਾਡੇ ਨਾਲ ਹੈ ਜਾਗਦੀ ਜੋਤ ਸਾਡੇ ਕੋਲ ਹੈ ਗੁਰਬਾਣੀ ਤੇ ਗੁਰਬਾਣੀ ਨੇ ਹੀ ਸਾਡਾ ਪਾਰ ਉਤਾਰਾ ਕਰਨਾ ਇੰਨੇ ਦਿਨਾਂ ਦਾ ਸਾਡਾ ਇਹੀ ਵਿਚਾਰ ਚਰਚਾ ਸੀ ਕਿ ਵੀ ਆਪਾਂ ਗੁਰਬਾਣੀ ਨਾਲ ਜੁੜਨਾ ਹੈ ਜਿਹੜਾ ਗੁਰਮੰਤਰ ਦੇ ਕਹਿੰਦੇ ਨੇ ਅਪਗ੍ਰੇਡ ਕਹਿੰਦੇ ਗਿਆਨ ਹੈ ਗਿਆਨ ਨਹੀਂ ਹੈ ਉਹ ਧੁਨ ਵੀ ਹੈ ਹਾਂਜੀ ਉਹ ਪ੍ਰਕਾਸ਼ ਵੀ ਹੈ ਉਹ ਧੁਨ ਵੀ ਹੈ ਉਹ ਪ੍ਰਕਾਸ਼ ਵੀ ਹੈ ਉਹ ਗਿਆਨ ਵੀ ਹੈ ਉਹ ਧਨ ਵੀ ਹੈ ਉਹ ਭੋਜਨ ਵੀ ਹੈ ਨਾਮ ਖਾਇਆ ਵੀ ਜਾਂਦਾ ਹੈ ਨਾਮ ਔਖਦ ਵੀ ਹੈ ਆਪਣੇ ਕੋਲ ਬਥੇਰੇ ਪ੍ਰਮਾਣ ਗੁਰਬਾਣੀ 'ਚ ਮਿਲ ਜਾਂਦੇ ਹਰ ਰੂਪ ਵਿੱਚ ਨਾਮ ਹੈਗਾ ਨਾਮ ਦੇ ਬਹੁਤ ਵੱਖਰੇ ਵੱਖਰੇ ਰੂਪ ਨੇ ਪਰ ਸਾਰਿਆਂ ਦੇ ਵਿੱਚ ਇੱਕੋ ਹੀ ਹੈ ਮਿਲ ਜੁਲ ਕੇ ਸਾਰਾ ਇੱਕ ਹੋ ਜਾਂਦਾ ਤੇ ਜਦੋਂ ਆਪਾਂ ਨਾਮ ਆਉਂਦਾ ਹੈ ਸਾਡੇ ਕੋਲ ਜਦੋਂ ਮਹਾਰਾਜ ਨਾਮ ਬਖਸ਼ ਦਿੰਦੇ ਨੇ ਉਸ ਤੋਂ ਬਾਅਦ ਕੀ ਹੁੰਦਾ ਸਾਰੇ ਦੇ ਸਾਰੇ ਨਾਮ ਦੇ ਨਾਲ ਜੋ ਅਕਾਲ ਪੁਰਖ ਦੇ ਗੁਣ ਨੇ ਗੁਣ ਤੇ ਨਾਮ ਪ੍ਰਾਪਤ ਹੋਵੇ ਉਹ ਵਾਹਿਗੁਰੂ ਦੇ ਨਾਮ ਗੁਣ ਤੇ ਦੋਨੋਂ ਇੱਕ ਦੂਜੇ ਦੇ ਪੂਰਕ ਨੇ ਨਾਮ ਆਇਆ ਗੁਣ ਆ ਗਏ ਗੁਣ ਆਏ ਨਾਮ ਆ ਗਿਆ ਹੁਣ ਆਪਾਂ ਆਪਣਾ ਜੀਵਨ ਉਸ ਪਾਸੇ ਲੈ ਕੇ ਚੱਲਣਾ ਹੈ ਵੀ ਗੁਣ ਕਿਵੇਂ ਸਾਡੇ ਕੋਲ ਆਣ ਹੈ ਨਾ ਉਹ ਮਹਾਰਾਜ ਨੇ ਦੱਸਤਾ ਸਾਚੀ ਬਾਣੀ ਸੂਚਾ ਹੋਏ ਗੁਣ ਤੇ ਨਾਮ ਪ੍ਰਾਪਤ ਹੋਏ ਸੋ ਇਹ ਆਪਣੀ ਜਰਨੀ ਹੈ ਸੋ ਆਪਾਂ ਸ਼ੁਰੂ ਕੀਤਾ ਸੀਗਾ 4 ਦਿਨ ਪਹਿਲਾਂ ਉੱਥੇ ਆਪਾਂ ਕੰਕਲੂਡ ਕਰਨਾ ਸੋ ਗੁਰੂ ਕਿਰਪਾ ਕਰੇ ਆਪਾਂ ਸਾਰਿਆਂ ਨੂੰ ਇਹ ਤੌਫੀਕ ਮਿਲੇ ਇਹ ਬਖਸ਼ਿਸ਼ ਮਿਲੇ ਵੀ ਜਿਹੜਾ ਸਾਨੂੰ ਗੁਰਮੰਤਰ ਵਾਹਿਗੁਰੂ ਜੀ ਨੇ ਬਖਸ਼ਿਆ ਤੇ ਜਿਹੜਾ ਸਾਨੂੰ ਬਾਣੀ ਬਖਸ਼ੀ ਹੈ ਸਤ ਸੰਗਤ ਬਖਸ਼ੀ ਹੈ ਇਹ ਤਿੰਨਾਂ ਦੇ ਸੁਮੇਲ ਦੇ ਨਾਲ ਸਾਨੂੰ ਮਹਾਰਾਜ ਨੇ ਉਸ ਸਟੇਜ ਤੇ ਲੈ ਕੇ ਜਾਣਾ ਜਦੋਂ ਅਸੀਂ ਧੋਬੀ ਦੇ ਨੌਕਰ ਤੋਂ ਅਸੀਂ ਰਾਜੇ ਬਣ ਜਾਣਾ ਹਾਂਜੀ ਫਿਰ ਸਾਡਾ ਹੋ ਜਾਏਗਾ ਜਿਸ ਨਾਮ ਹਿਰਦੈ ਸੋਈ ਵਡ ਰਾਜਾ ਹਾਂਜੀ ਜਿਸ ਨਾਮ ਹਿਰਦੈ ਜਿਸ ਨਾਮ ਹਿਰਦੈ ਤਿਸ ਪੂਰੇ ਕਾਜਾ ਜਿਸ ਨਾਮ ਹਿਰਦੈ ਤਿਨ ਕੋਟ ਧਨ ਪਾਏ ਹੈ ਨਾ ਕੋਟ ਧਨ ਪਾਏ ਹਰ ਪ੍ਰਕਾਰ ਦਾ ਧਨ ਪਦਾਰਥ ਸਾਡੇ ਕੋਲ ਮਾਇਆ ਪਿੱਛੇ ਪਿੱਛੇ ਚੱਲਦੀ ਹੈ ਦਾਸੀ ਹੈ ਸਿੱਖਾਂ ਦੀ ਭਗਤਾਂ ਦੀ ਉਹਨਾਂ ਦੀ ਸੇਵਾ ਹੱਥ ਜੋੜ ਕੇ ਖੜੀ ਉਹਨਾਂ ਦੇ ਮੂਹਰੇ ਵੀ ਤੁਹਾਡੀ ਸੇਵਾ ਕਰਾਂ ਮੈਨੂੰ ਹੁਕਮ ਕਰੋ ਹੈ ਨਾ
ਜ਼ਿੰਦਗੀ ਵਿੱਚ ਕਦੇ ਟੋਟਾ ਨਹੀਂ ਆਉਂਦਾ। ਜਿਨ੍ਹਾਂ ਦਾ ਨਿਸ਼ਚੈ ਅਕਾਲ ਪੁਰਖ ਵਾਹਿਗੁਰੂ ਤੇ ਹੁੰਦਾ ਹੈ ਨਾ, ਉਹਨਾਂ ਨੂੰ ਕਦੇ ਟੋਟਾ ਨਹੀਂ ਆਉਂਦਾ। ਜੁੜੇ ਨਾ ਜੁੜੇ ਉਹ ਵੱਖਰੀ ਗੱਲ ਹੈ, ਠੀਕ ਹੈ, ਕਿ ਉਹ ਸਾਨੂੰ ਪ੍ਰਾਰਬਧ ਵਾਹਿਗੁਰੂ ਜੀ ਵੱਲੋਂ ਹੈ ਕਿ ਇਹਨੂੰ ਕਿੰਨੀ ਵਾਰ, ਪਰ ਟੋਟਾ ਕਦੇ ਨਹੀਂ ਆਏਗਾ। ਕਾਰਜ ਕੋਈ ਨਹੀਂ ਖੜਦੇ ਕਿਸੇ ਦੇ। ਪਰਸਨਲ ਲਾਈਫ ਵਿੱਚ ਅਸੀਂ ਆਪ ਐਗਜ਼ਾਮਪਲ ਲੈ ਗਏ ਹਾਂ। ਅਸੀਂ ਸਾਰਿਆਂ ਨੂੰ ਤੁਸੀਂ ਜਿਹੜੇ ਦੇਖੋਗੇ, ਜਿਨ੍ਹਾਂ ਦੇ ਪਰਿਵਾਰ ਨੇ, ਵੱਡੇ ਬੱਚੇ ਵੱਡੇ ਹੋ ਗਏ ਨੇ, ਸਭ ਦੇਖਦੇ ਨੇ ਕਿਵੇਂ ਕਿਵੇਂ ਵਾਹਿਗੁਰੂ ਜੀ ਕਲਾ ਵਰਤਾਉਂਦੇ ਨੇ। ਜਦੋਂ ਕਿਤੇ ਜ਼ਿੰਦਗੀ ਦੀ ਲੋੜ ਪੈਂਦੀ ਹੈ, ਤੁਹਾਨੂੰ ਐ ਨਹੀਂ ਕਰਨ ਦੀ ਲੋੜ ਪੈਂਦੀ, ਹੱਥ ਨਹੀਂ ਟੱਡਣਾ ਪੈਣਾ ਕਿਸੇ ਕੋਲ। ਇੱਕ ਵਾਰ 'ਚ ਗੁਰੂ ਨਾਨਕ ਜੀ ਦੇ ਸਿੱਖ ਬਣ ਗਏ, ਗੁਰੂ ਦਰਬਾਰ 'ਚ ਆ ਗਏ, ਮੰਗਤਾ ਨਹੀਂ ਬਣਨ ਦੇਣਾ ਵਾਹਿਗੁਰੂ ਜੀ ਨੇ ਤੁਹਾਨੂੰ। ਮੁੜ ਕੇ ਤੁਹਾਡੀਆਂ ਹਰ ਲੋੜਾਂ ਸਮੇਂ ਸਿਰ ਆਪਣੇ ਆਪ ਪੂਰੀ ਹੋ ਜਾਣੀਆਂ ਨੇ। ਨਿਸ਼ਚਾ ਗੁਰੂ ਨਾਨਕ ਦੇਵ ਜੀ ਤੇ ਲਿਆਉਣਾ ਹੈ, ਗੁਰੂ ਗ੍ਰੰਥ ਸਾਹਿਬ ਜੀ ਤੇ ਲਿਆਉਣਾ, ਤੇ ਕਾਰਜ ਸਾਰੇ ਸਿੱਧ ਜਿਸ ਨਾਲ ਤਿਸ ਪੂਰੇ ਕਾਜਾ। ਹਾਂਜੀ, ਉਹ ਨਾਮ ਦੇ ਨਾਲ ਸਾਡੇ ਕਾਰਜ ਪੂਰੇ ਹੋਣੇ ਸ਼ੁਰੂ ਹੋ ਜਾਣਗੇ। ਸੋ ਕਹਾਣੀ ਤੋਂ ਸ਼ੁਰੂ ਕੀਤਾ ਸੀਗਾ, ਪਰ ਸੀਰੀਅਸ ਵੱਲ ਚਲਾ ਗਿਆ ਹੈ ਨਾ। ਬੋਰੀਅਤ ਹੋ ਗਈ। ਕੁਛ ਨੂੰ ਤਾਂ ਨੀਂਦ ਆ ਰਹੀ, ਬੜੀ ਸੋਹਣੀ ਸੋਹਣੀ ਪਿਆਰੀ ਪਿਆਰੀ ਨੀਂਦ ਆਉਂਦੀ ਹੈ। ਤੇ ਆਪਾਂ ਇੱਥੇ ਸਮਾਪਤ ਕਰ ਲੈਂਦੇ ਹਾਂ। ਹਾਂਜੀ, ਕਿਸੇ ਦਾ ਆਪਾਂ ਹੁਣ ਥੋੜ੍ਹਾ ਜਿਹਾ ਇੰਟਰੈਕਟਿਵ ਹੋ ਜਾਈਏ। ਤੁਹਾਡੇ ਕਿਸੇ ਦੇ ਇਹ ਸਾਰੇ ਵਿੱਚੋਂ ਕੋਈ ਸਵਾਲ ਕਿਸੇ ਦਾ ਪਾਰਟੀਕੂਲਰ ਆਉਂਦਾ ਕੋਈ ਮਨ ਵਿੱਚ? ਹਾਂਜੀ ਬੋਲੋ। ਇੱਕ ਹੱਥ ਟੁੱਟਾ ਸੀ ਬੇਟਾ ਉਹਦਾ, ਦੂਜਾ ਹੱਥ ਤਾਂ ਠੀਕ ਸੀ, ਕਾਇਮ ਸੀਗਾ। ਹਾਂ, ਕਿਵੇਂ ਬਚ ਗਿਆ? ਡੈਥ ਕਿਉਂ ਨਹੀਂ ਹੋਈ ਉਹਦੀ? ਕਿਉਂਕਿ ਨਾਲ ਹੀ ਉੱਥੇ ਦੱਸਿਆ ਸੀ ਨਾ, ਇੱਕ ਵਣਜਾਰੇ ਆ ਗਏ ਸੀਗੇ, ਉਹਨਾਂ ਨੇ ਉਸੇ ਵੇਲੇ ਉਹਦੀ ਪੱਟੀ ਕਰ ਦਿੱਤੀ, ਉਹਦਾ ਇਲਾਜ ਕਰ ਦਿੱਤਾ। ਹੱਥ ਵਾਪਸ ਨਹੀਂ ਆਉਂਦਾ, ਜਿਹੜਾ ਕੱਟਿਆ ਜਾਵੇ ਉਹ ਥੋੜ੍ਹਾ ਵਾਪਸ ਆਉਂਦਾ। ਪਰ ਇੱਕ ਹੱਥ, ਤਾਂ ਹੀ ਉਹਦਾ ਨਾਮ ਟੁੰਡਾ ਪੈ ਗਿਆ ਨਾ। ਜਿਹਦਾ ਹੱਥ ਨਹੀਂ ਹੋਏਗਾ ਉਹ ਟੁੰਡਾ ਹੁੰਦਾ ਹੈ ਨਾ। ਉਹ ਟੁੰਡਾ ਸਰਾਜ ਕਹਿੰਦੇ ਇਸੇ ਕਰਕੇ, ਉਹਦੇ ਇੱਕ ਹੱਥ ਨਹੀਂ ਸੀਗਾ, ਪਰ ਇੱਕ ਹੱਥ ਨਾਲ ਹੀ ਉਹ ਸਾਰੇ ਕੰਮ ਕਰ ਲੈਂਦਾ। ਜਿਹਦੇ ਅਕਾਲ ਪੁਰਖ ਵਰਗੋ ਇਹ ਵੀ ਬੜੀ ਵੱਡੀ ਬਖਸ਼ਿਸ਼ ਹੁੰਦੀ ਹੈ, ਜਿਨ੍ਹਾਂ ਦਾ ਕੋਈ ਸਰੀਰ ਦਾ ਅੰਗ ਘਟ ਜਾਏ ਨਾ, ਉਹਦੀ ਕੰਪਨਸੇਸ਼ਨ ਪੂਰੀ ਹੋ ਜਾਂਦੀ। ਦੂਜੇ ਬੰਨੇ ਕੋਈ ਹੋਰ ਅੰਗ ਉਸ ਤੋਂ ਜ਼ਿਆਦਾ ਪਾਵਰਫੁਲ ਹੋ ਜਾਂਦਾ ਹੈ। ਆਪਾਂ ਦੇਖਿਆ ਸੂਰਮੇ ਸਿੰਘਾਂ ਨੂੰ, ਜਿਹੜੇ ਕੀਰਤਨੀ ਸਿੰਘ ਨੇ, ਉਹਨਾਂ ਦੀ ਮੈਮਰੀ ਬੜੀ ਸ਼ਾਰਪ ਹੁੰਦੀ ਹੈ। ਉਹਨਾਂ ਨੂੰ ਬਹੁਤ ਬਾਣੀ ਕੰਠ ਹੋ ਜਾਂਦੀ ਹੈ, ਉਹਨਾਂ ਦਾ ਗਾਇਨ ਬੜਾ ਚੰਗਾ ਹੁੰਦਾ ਹੈ, ਸੁਰ ਤਾਲ ਤਾਂ ਉਹਨਾਂ ਦਾ ਗਿਆਨ ਵੱਧ ਜਾਂਦਾ ਹੈ। ਹਾਂ, ਇੱਕ ਕਹਾਣੀ ਸੀ, ਪਰ ਕਿੰਨਾ ਪਰਾਕਰਮੀ ਰਾਜਾ ਬਣ ਗਿਆ ਹੈ ਨਾ। ਹਾਂਜੀ, ਉਹ ਰਾਜੇ ਤੋਂ ਡਰਦਾ ਸੀ। ਉਹ ਕਹਿੰਦਾ ਮੈਂ ਰਾਜੇ ਨੂੰ ਦੱਸਾਂਗਾ, ਰਾਜੇ ਨੇ ਮੈਨੂੰ ਕਿਹਾ ਸੀ ਤੂੰ ਮਾਰਨਾ, ਮੈਂ ਮਾਰੇ ਨੂੰ ਮੇਰੀ ਨੌਕਰੀ ਤੋਂ ਕੱਢ ਦੇਗਾ। ਕਿਉਂਕਿ ਰਾਜਾ ਹੁੰਦਾ ਨਾ ਜਿਹੜਾ, ਉਹ ਜਦੋਂ ਗੁੱਸੇ 'ਚ ਆ ਜਾਂਦਾ ਉਹ ਕਿਸੇ ਦੀ ਨਹੀਂ ਸੁਣਦਾ। ਜਦੋਂ ਕਿਸੇ ਨੂੰ ਗੁੱਸਾ ਆ ਜਾਏ ਨਾ, ਉਹ ਕਿਸੇ ਦੀ ਨਹੀਂ ਸੁਣਦੇ ਹੁੰਦੇ। ਉਹ ਕਹਿੰਦਾ ਜੋ ਮੈਂ ਕਹਿ ਰਿਹਾ ਇਹੀ ਕਰੋ। ਤਾਂ ਰਾਜਾ ਦੀ ਅਥਾਰਟੀ ਫਾਈਨਲ ਹੁੰਦੀ ਹੈ, ਠੀਕ ਹੈ। ਜੇ ਰਾਜਾ ਕਹਿ ਦੇਗਾ ਇਹ ਕਰਨਾ, ਕਰਨਾ ਪੈਂਦਾ। ਹਾਂਜੀ ਹਾਂਜੀ ਹਾਂਜੀ, ਇਹ ਸਾਂਭੀਆਂ ਹੋਈਆਂ ਨੇ ਕੁਝ, ਹੁਣ ਦੁਬਾਰਾ ਗੁਰੂ ਕੇ ਪਿਆਰੇ ਖੋਜ ਕਰ ਰਹੇ ਨੇ। ਅੱਜ ਤੋਂ ਮੈਂ ਵੀ 50 ਸਾਲ ਪਹਿਲਾਂ ਤੱਕ ਵੀ ਦਰਬਾਰ ਸਾਹਿਬ 'ਚ ਧੁਨੀਆਂ ਦੇ ਅਨੁਸਾਰ ਕੀਰਤਨ ਹੁੰਦਾ ਸੀ। ਉਦੋਂ ਰਾਗ ਵਿਦਿਆ ਵਿੱਚ ਪ੍ਰਵੀਨ ਰਾਗੀ ਉੱਥੇ ਹੁੰਦੇ ਸੀ, ਹੈ ਨਾ। ਉਹਨਾਂ ਨੂੰ ਹਰ ਚੀਜ਼ ਦਾ ਪਤਾ, ਔਰ ਗੁਰਮਤ ਮਰਿਆਦਾ ਅਨੁਸਾਰ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਰਾਗ ਨੇ, ਰਾਗਬੱਧ ਗੁਰਬਾਣੀ ਲਿਖੀ ਹੈ, ਉਸ ਅਨੁਸਾਰ ਹੀ ਉਹ ਕੀਰਤਨ ਕਰਦੇ ਸੀਗੇ। ਦਰਬਾਰ ਸਾਹਿਬ ਵਿੱਚ ਸਾਰੀ ਕੀਰਤਨ ਦੀ ਚੌਕੀਆਂ ਦੇ ਵੀ ਉਹ ਵਿਧਾਨ ਹੈ ਵੀ ਜਿਹੜੇ ਸਮੇਂ ਤੁਸੀਂ ਕੀਰਤਨ ਕਰਨਾ ਹੈ, ਪਹਿਲਾਂ ਉਸ ਸਮੇਂ ਦਾ ਰਾਗ ਦਾ ਇੱਕ ਸ਼ਬਦ ਜ਼ਰੂਰ ਪੜ੍ਹਨਾ ਪੈਂਦਾ ਰਾਗੀ ਸਿੰਘਾਂ ਨੂੰ। ਉਸ ਤੋਂ ਬਾਅਦ ਫਿਰ ਉਹ ਪੁਰਾਣੇ ਸਮੇਂ 'ਚ ਸਾਰੇ ਰਾਗਾਂ 'ਚ ਹੀ ਕੀਰਤਨ ਕਰਦੇ ਸੀਗੇ। ਔਰ ਦੁਨੀਆ ਦੇ ਵੱਡੇ ਵੱਡੇ ਸੰਗੀਤਕਾਰ, ਵੱਡੇ ਵੱਡੇ ਗੁਣੀ ਗਿਆਨੀ ਦਰਬਾਰ ਸਾਹਿਬ ਆਉਂਦੇ ਸੀ ਇੱਥੋਂ ਦੀ ਧੁਨਾਂ ਲੈ ਕੇ ਜਾਣ ਵਾਸਤੇ। ਪੁਰਾਣੀ ਬਹੁਤ ਸਾਰੀਆਂ ਹਿੰਦੀ ਦੀਆਂ ਫਿਲਮਾਂ ਦੀਆਂ ਧੁਨਾਂ ਦਰਬਾਰ ਸਾਹਿਬ ਦੇ ਰਾਗੀਆਂ ਤੋਂ ਲਿੱਤੀਆਂ ਹੋਈਆਂ ਉਹਨਾਂ ਨੇ। ਰਵਿੰਦਰਨਾਥ ਟੈਗੋਰ ਇੱਕ ਵਾਰ ਆਇਆ ਦਰਬਾਰ ਸਾਹਿਬ, ਉਹਨੇ ਰਾਗੀ ਭਾਈ ਹੀਰਾ ਸਿੰਘ ਤੋਂ ਕੀਰਤਨ ਸੁਣਿਆ। ਉਹ ਇੰਨਾ ਨਿਹਾਲ ਹੋਇਆ, ਉਹਨਾਂ ਨੂੰ ਕਹਿੰਦਾ ਤੁਸੀਂ ਮੇਰੇ ਨਾਲ ਚੱਲੋ, ਜੋ ਕਹੋਗੇ ਮੈਂ ਤੁਹਾਨੂੰ ਦੇਣ ਨੂੰ ਤਿਆਰ ਹੈ। ਉਹ ਕਹਿੰਦਾ ਨਹੀਂ, ਗੁਰੂ ਰਾਮਦਾਸ ਤੋਂ ਇਲਾਵਾ ਇਹ ਕੀਰਤਨ ਕਿਸੇ ਹੋਰ ਕੋਲ ਨਹੀਂ ਹੋ ਸਕਦਾ। ਇਹ ਮਹਾਰਾਜ ਨੇ ਮੈਨੂੰ ਸੇਵਾ ਬਖਸ਼ੀ ਹੈ। ਹੁਣ ਭਾਈ ਹੀਰਾ ਸਿੰਘ ਰਾਗੀ ਗੁਰੂ ਰਾਮਦਾਸ ਤੋਂ ਇਲਾਵਾ ਹੋਰ ਕਿਸੇ ਅੱਗੇ ਗਾਇਨ ਨਹੀਂ ਕਰੇਗਾ। ਤੁਸੀਂ ਕੀਰਤਨ ਸੁਣਨਾ ਹੈ ਮੇਰੇ ਤੋਂ, ਤੁਹਾਡੇ ਅਨੁਸਾਰ ਰਾਗ ਵਿਦਿਆ, ਹਾਂਜੀ, ਉਹ ਸੁਣਨਾ ਚਾਹੁੰਦੇ ਹੋ, ਇੱਥੇ ਆਉਣਾ ਪਏਗਾ। ਇਹ ਤੁਹਾਡੇ ਕੋਲ ਉੱਥੇ ਆ ਕੇ ਸ਼ਾਂਤੀਵਨ ਵਿੱਚ ਉੱਥੇ ਆ ਕੇ ਨਹੀਂ ਸੁਣਾਏਗਾ, ਸ਼ਾਂਤੀ ਨਿਕੇਤਨ। ਹਾਂਜੀ, ਅਤੇ ਇਸ ਤਰ੍ਹਾਂ ਜਦੋਂ ਮਹਾਰਾਜ ਨੇ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਤੁਰੇ ਨਾ, ਅਤੇ ਉਹਨਾਂ ਨੂੰ ਕਿਹਾ ਵੀ ਭਾਈ ਫਰਿੰਦੇ ਤੋਂ ਰਬਾਬ ਲੈ ਆਓ। ਬੇਬੇ ਨਾਨਕੀ ਜੀ ਨੇ ਮਾਇਆ ਦਿੱਤੀ ਸੀ ਰਬਾਬ ਜੋਗੀ, ਅਤੇ ਭਾਈ ਫਰਿੰਦੇ ਕੋਲ ਗਏ ਆ, ਉਹਨਾਂ ਰਬਾਬ ਦਿੱਤੀ ਅਤੇ ਉਹ ਭੇਟਾ ਦੇਣ ਲੱਗੇ। ਕਹਿੰਦੇ ਵੀ ਕਿਹਨਾਂ ਵਾਸਤੇ ਲੈ ਕੇ ਚੱਲੇ ਜੀ? ਗੁਰੂ ਨਾਨਕ ਵਾਸਤੇ, ਹੈ ਨਾ।
ਕਹਿੰਦੇ ਵੀ ਅਸੀਂ ਇਹਦੀ ਭੇਟਾ ਇਹੀ ਹੈ, ਇਸ ਰਬਾਬ ਦੇ ਨਾਲ ਜੋ ਤੂੰ ਹੁਣ ਕਿਸੇ ਹੋਰ ਦੇ ਸਾਹਮਣੇ ਨਹੀਂ ਗਾਉਣਾ, ਹੈ ਨਾ। ਉਹ ਵੀ ਗੁਰੂ ਨਾਨਕ ਸਾਹਿਬ ਨੂੰ ਪਛਾਣ ਗਿਆ ਸੀ, ਜੋਤ ਅਕਾਲੀ ਜੋਤ। ਤੇ ਗੁਰੂ ਨਾਨਕ ਸਾਹਿਬ ਭਾਈ ਮਰਦਾਨਾ ਜੀ ਨੇ ਵੀ ਸਾਰੀ ਉਮਰ ਫਿਰ ਗੁਰੂ ਨਾਨਕ ਸਾਹਿਬ ਵਾਸਤੇ ਹੀ ਗਾਇਆ, ਹੈ ਨਾ, ਕਿਸੇ ਹੋਰ ਵਾਸਤੇ ਨਹੀਂ। ਉਹ ਰਬਾਬ ਉਹਨਾਂ ਵਾਸਤੇ ਵੱਜੀ। ਅੱਜ ਸਾਡੇ ਅਸੀਂ ਇੰਨੇ ਕੁ ਕੱਚੇ ਹੋ ਗਏ ਆ ਵੀ ਜਿੱਥੇ ਵੀ ਕੋਈ ਕਹਿੰਦਾ ਉੱਥੇ ਹੀ ਜਾ ਕੇ ਗਾ ਲੈਂਦੇ ਹਾਂ। ਕੋਈ ਡੇਰਾ ਹੋਵੇ, ਕੋਈ ਗਾਉਣ ਵਾਲਾ ਹੋਵੇ। ਇੱਕ ਰਾਗੀ ਸਿੰਘ ਦੀ ਵੀਡੀਓ ਆਈ, ਉਹ ਕਿਸੇ ਗਜ਼ਲ ਗੋ ਦੇ ਨਾਲ, ਕੋਈ ਗਜ਼ਲ ਗਾਉਣ ਵਾਲੇ ਦਾ ਬਹੁਤ ਜ਼ਿਆਦਾ ਉਹਦੀ, ਅੱਜ ਕੱਲ੍ਹ ਬਹੁਤ ਸਾਰੇ ਰਾਗੀ ਜਿਹੜੇ ਨਾ ਸਾਡੇ ਜਿਹੜੇ ਵੱਡੇ ਵੱਡੇ ਰਾਗੀ, ਉਹ ਗਜ਼ਲ ਵਾਲਿਆਂ ਦੇ ਬਹੁਤ ਸ਼ਗੀਰਦ ਨੇ, ਉਹਨਾਂ ਨੂੰ ਬਹੁਤ ਲਾਈਕ ਕਰਦੇ, ਉਹਨਾਂ ਦੇ ਫੈਨ ਨੇ। ਉਹ ਜਦੋਂ ਕਿਤੇ ਉਹ ਗਜ਼ਲ ਵਾਲਾ ਆ ਜਾਏ ਨਾ, ਗਜ਼ਲ ਗਾਉਣ ਵਾਲਾ, ਤਾਂ ਉਹ ਤਾਂ ਸੁੱਧ ਬੁੱਧ ਭੁੱਲ ਜਾਂਦੀ ਉਹਨਾਂ ਦੀ। ਇੱਕ ਦੇ ਆਏ, ਉਹ ਗਜ਼ਲ ਗਾਉਣ ਵਾਲਾ ਉੱਪਰ ਬੈਠਾ ਤੇ ਰਾਗੀ ਸਿੰਘ ਥੱਲੇ ਬੈਠ ਕੇ ਇੱਕ ਸ਼ਬਦ ਸੁਣਾ ਰਿਹਾ ਉਹਨੂੰ, ਹੈ ਨਾ। ਇੰਨੀ ਕੁ ਸਾਡੀ ਹਾਲਤ ਖਰਾਬ ਹੋ ਗਈ ਹੈ। ਸਾਨੂੰ ਇਹ ਨਹੀਂ ਪਤਾ ਲੱਗਦਾ ਵੀ ਗੁਰਬਾਣੀ ਗਾਇਨ ਕਰਨ ਦਾ ਕੀ ਵਿਧਾਨ ਹੈ, ਕਿੱਥੇ ਗਾਉਣੀ ਹੈ, ਕਿਹਦੇ ਮੂਹਰੇ ਗਾਉਣੀ ਹੈ। ਹਾਂਜੀ, ਉਹਨਾਂ ਵਾਸਤੇ ਵੀ ਸੰਗੀਤ ਬਣ ਕੇ ਰਹਿ ਗਿਆ। ਤੁਸੀਂ ਵੀ ਕੋਸ਼ਿਸ਼ ਕਰੋ, ਜਦੋਂ ਕੀਰਤਨ ਕਰਦੇ ਆ ਉਹ ਗਾਇਨ ਨਾ ਰਹਿ ਜਾਏ। ਹਾਂਜੀ, ਉਹ ਕੀਰਤਨ ਬਣੇ, ਸਾਡਾ ਕੀਰਤਨ ਹੋਵੇ, ਗਾਉਣਾ ਨਾ ਬਣੇ। ਗਾਉਣਾ ਤਾਂ ਸਾਰੀ ਦੁਨੀਆ ਗਾਉਂਦੀ, ਕੋਈ ਗਾਵੇ ਰਾਗੀ ਨਾਦੀ ਬੇਦੀ ਮੋਹ ਭਾਂਤ ਕਰ, ਨਹੀਂ ਹਰ ਹਰ ਭੀਜੇ ਰਾਮ ਰਾਜੇ। ਨਹੀਂ ਮਹਾਰਾਜ ਖੁਸ਼ ਹੁੰਦੇ, ਗਾਉਣ ਨਾਲ ਨਹੀਂ ਕਰਦੇ। ਜਿੰਨਾ ਅੰਤਰ ਕਪੜ ਵਿਕਾਰ ਤੇ ਨਾ ਰੋਏ, ਉਹਨੂੰ ਰੋਣਾ ਕਹਿੰਦੇ ਆ ਮਹਾਰਾਜ। ਜਿਹੜਾ ਆਪਣੇ ਵੱਲੋਂ ਤਾਂ ਪੂਰਾ ਤਾਨ ਲਾ ਕੇ ਗਾ ਰਿਹਾ, ਉਹਨੇ ਪੂਰਾ ਜ਼ੋਰ ਲਾਤਾ, ਹੈ ਨਾ, ਪਰ ਉਹ ਗਾ ਰਿਹਾ, ਉਹਨੂੰ ਰੋਣਾ ਕਿਹਾ ਮਹਾਰਾਜ ਨੇ। ਤੇ ਗਾਉਣਾ ਹੈ, ਕੀਰਤਨ ਕਰਨਾ ਹੈ। ਕੀਰਤਨ ਕਰਨਾ, ਗੁਰੂ ਨਾਨਕ ਨੂੰ ਸਾਹਮਣੇ ਪ੍ਰਤੱਖ ਉਹਦੇ ਦੀਦਾਰ ਕਰਦੇ ਆ। ਉਹ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਉਸਤਤ ਗੁਰੂ ਨਾਨਕ ਸਾਹਿਬ ਦੀ ਕਰਨੀ ਹੈ, ਉਹ ਕੀਰਤਨ ਹੈ। ਤਾਂ ਆਪਾਂ ਬੱਚੋ ਜਿਹੜੇ ਕੀਰਤਨ ਕਰਦੇ, ਜਿਹਨਾਂ ਨੂੰ ਦਾਤ ਮਿਲੀ ਕੀਰਤਨ ਦੀ, ਧਿਆਨ ਰੱਖਣਾ। ਇਹ ਬਹੁਤ ਇਹ ਜਿਹੜੇ ਹੀਰੇ ਮੋਤੀ ਨੇ, ਇਹਨਾਂ ਨੂੰ ਪੱਥਰਾਂ ਦੇ ਬਰਾਬਰ ਨਹੀਂ ਤੋਲਣਾ। ਕਾਚ ਸੰਗ ਨਹੀਂ ਵਿਹਾਜ, ਇਹਨਾਂ ਨੂੰ ਕੱਚਾ ਨਾ ਕੱਚੇ। ਹਾਂਜੀ, ਹਾਂਜੀ, ਇਟ ਕਮਸ ਅਰਾਊਂਡ 100 years back only। ਹਾਂਜੀ, ਦਰਬਾਰ ਸਾਹਿਬ ਵਿੱਚ ਇਹ ਪ੍ਰਚਲਿਤ ਵੀ ਨਹੀਂ ਸੀਗਾ। ਪਹਿਲੇ ਸਾਰੇ ਸਾਜ਼ ਜਿਹੜੇ ਪੁਰਾਤਨ ਹੁੰਦੇ ਸੀ, ਰਬਾਬ ਹੋ ਗਿਆ, ਦਿਲਰੂਬਾ ਹੋ ਗਿਆ, ਜਿਹੜੇ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਵੇਲੇ ਸੀਗਾ। ਦੈਨ ਗੁਰੂ ਅਰਜਨ ਦੇਵ ਜੀ ਵੇਲੇ ਸਰਨ ਦਾ ਯੂਜ਼ ਹੁੰਦਾ ਸੀ। ਉੱਥੇ ਸੱਤਾ ਬਲਵੰਡ ਜੀ ਦੀ ਸਾਖੀ ਆਉਂਦੀ ਹੈ, ਜਦੋਂ ਉਹਨਾਂ ਨੇ ਦਰਬਾਰ ਛੱਡਤਾ ਸੀ ਕੀਰਤਨ ਕਰਨ ਨੂੰ, ਤੇ ਗੁਰੂ ਅਰਜਨ ਦੇਵ ਜੀ ਨੇ ਆਪ ਸਾਜ਼ ਫੜ ਕੇ ਸੰਗਤਾਂ ਨੂੰ ਸਾਜ਼ ਦਿੱਤਾ ਸੀਗਾ ਸਰਨ ਦਾ। ਤੇ ਆਪ ਸੰਗਤ ਕੋਲ ਸਭ ਤੋਂ ਪਹਿਲਾਂ ਸਾਜ਼ ਤਾਂ ਆਇਆ ਸੀਗਾ। ਉਸ ਤੋਂ ਪਹਿਲੇ ਨਹੀਂ ਤੇ ਦਰਬਾਰ ਵਿੱਚ ਜਿੰਨੇ ਕੀਰਤਨੀ ਹੈ ਗੁਰੂ ਦੇ ਹੁੰਦੇ ਸੀਗੇ, ਉਹੀ ਕਰ ਸਕਦੇ ਸੀ, ਸੰਗਤ ਨਹੀਂ ਕਰ ਸਕਦੀ ਸੀ ਕੀਰਤਨ। ਬਟ ਜਦੋਂ ਸੱਤਾ ਬਲਵੰਡ ਜੀ ਦਰਬਾਰ ਤੋਂ ਛੱਡ ਕੇ ਚਲੇ ਗਏ ਸੀਗੇ, ਤਾਂ ਗੁਰੂ ਅਰਜਨ ਦੇਵ ਜੀ ਨੇ ਸੰਗਤ ਨੂੰ ਸਾਜ਼ ਫੜਾਈ ਸੀਗੀ ਕਿ ਹੁਣ ਅਸੀਂ ਸਾਰੇ ਮਿਲ ਕੇ ਕੀਰਤਨ ਕਰਾਂਗੇ। ਉੱਥੋਂ ਫਿਰ ਸੰਗਤ ਨੇ ਸ਼ੁਰੂ ਕੀਤਾ, ਤੇ ਚੌਕੀਆਂ ਦਾ ਕੰਸੈਪਟ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਵੇਲੇ ਤੋਂ ਆਇਆ। ਤੇ ਪੁਰਾਤਨ ਸਮੇਂ ਵਿੱਚ 11 ਜਾਂ 12 ਤਰੀਕੇ ਦੀ ਚੌਕੀਆਂ ਦਰਬਾਰ ਸਾਹਿਬ ਵਿੱਚ ਗਾਈ ਜਾਂਦੀ ਸੀ, ਤੇ ਹੁਣ ਸਾਡੇ ਕੋਲ ਅਰਾਊਂਡ 5 ਕੁਝ ਰਹਿ ਗਈਆਂ ਨੇ। ਤੇ ਉਹ ਸਾਰੀ ਚੀਜ਼ਾਂ ਟਾਈਮ ਦੇ ਨਾਲ ਨਾ ਲੁਪਤ ਹੁੰਦੀ ਜਾ ਰਹੀਆਂ ਨੇ। ਹਾਂਜੀ, ਪਰ ਹੁਣ ਜਿਹੜੇ ਗੁਰਸਿੱਖ ਸੁਚੇਤ ਹੋ ਰਹੇ ਨੇ, ਉਹ ਸਾਰੀਆਂ ਦੁਬਾਰਾ ਉਹਨਾਂ ਨੂੰ ਸੁਚੇਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਆਪਣੇ ਕੋਲ ਦੇਖੋਗੇ ਤੰਤੀ ਸਾਜ਼ਾਂ ਦਾ ਬਹੁਤ ਵੱਧ ਗਿਆ ਹੁਣ। ਬਹੁਤ ਸਾਰੇ ਬੱਚੇ, ਔਰ ਇੱਥੇ ਘੱਟ, ਬਾਹਰਲੇ ਮੁਲਕਾਂ 'ਚ ਤਾਂ ਤੰਤੀ ਸਾਜ਼ਾਂ ਦਾ ਇੰਨਾ ਸ਼ੌਕ ਹੈ ਬੱਚਿਆਂ ਨੂੰ, ਇੰਨਾ ਰੀਝ ਨਾਲ ਸਿੱਖ ਰਹੇ ਨੇ। ਹਰ ਘਰ ਵਿੱਚ ਤੰਤੀ ਸਾਜ਼ ਹੈ, ਜਿੱਥੇ ਮੈਂ ਜਾਂਦਾ ਨਾ, ਤੇ ਉਹ ਮੈਨੂੰ ਵੀ ਸ਼ੌਕ ਆ ਗਿਆ। ਉੱਥੇ ਜਿੱਥੇ ਐਲਏ 'ਚ ਮੈਂ ਹੈਗਾ, ਉੱਥੇ ਗੁਰਦੁਆਰਾ ਸਾਹਿਬ 'ਚ ਲਾਂਗਰੀ ਸਿੰਘ, ਦੇਖੋ ਸਾਡੇ ਹਾਲ ਦੇਖੋ ਕੌਮ ਦੀ। ਉਹ ਭਾਈ ਤੰਤੀ ਸਾਜ਼ਾਂ ਦਾ ਐਕਸਪਰਟ ਹੈ। ਅੰਮ੍ਰਿਤਸਰ 'ਚ ਵੀ ਉਹਦੀ ਇੱਕ ਫੈਕਟਰੀ ਸੀ, ਆਪਣੇ ਕਾਰਖਾਨਾ ਸੀ ਤੰਤੀ ਸਾਜ਼ਾਂ ਦਾ, ਪਰ ਉਹਦੇ ਆਪਣੇ ਘਰ ਦੇ ਖਰਚੇ ਨਹੀਂ ਪੂਰੇ ਹੁੰਦੇ ਸੀ। ਉੱਥੇ ਲਾਂਗਰੀ ਲੱਗਾ ਹੋਇਆ ਗੁਰਦੁਆਰੇ 'ਚ। ਅਸੀਂ ਜੇ ਤੰਤੀ ਸਾਜ਼ ਵਾਲੇ ਐਡੇ ਗੁਣੀ ਗਿਆਨੀ ਨੂੰ ਨਹੀਂ ਸਮਝ, ਔਰ ਉਹਦਾ ਗਿਆਨ ਦੇਖੋ, ਉਸ ਸਿੰਘ ਨੇ ਉੱਥੇ ਨਿੱਕੇ ਨਿੱਕੇ ਬੱਚੇ, ਉਹਨਾਂ ਦਾ ਢਾਡੀ ਜੱਥਾ ਤਿਆਰ ਕਰਤਾ, ਔਰ ਇੱਥੋਂ ਦੇ ਢਾਡੀਆਂ ਵਾਂਗੂ ਗੱਜ ਵੱਜ ਕੇ ਗਾਉਂਦੇ ਨਿੱਕੇ ਨਿੱਕੇ ਬੱਚੇ ਨੇ। ਉਹ ਹਰ ਸੰਡੇ, ਹਰ ਐਤਵਾਰ ਨੂੰ ਦੀਵਾਨ 'ਚ, ਉਹ ਜਦੋਂ ਨਹੀਂ ਸੀਗਾ ਉਦੋਂ ਜ਼ੂਮ 'ਤੇ ਚੱਲਦੇ ਸੀ ਦੀਵਾਨ, ਤੋਂ ਜ਼ੂਮ 'ਤੇ ਅਸੀਂ ਉਹਨਾਂ ਦਾ ਕੀ ਢਾਡੀ ਵਾਰਾਂ ਸੁਣਦੇ ਸੀਗੇ। ਉਹਨੂੰ ਤਿਆਰ ਕੀਤਾ ਕਿਉਂਕਿ ਉਹ ਢਾਡੀ ਪ੍ਰਥਾ, ਉਹਨੂੰ ਢੱਡ ਸਰੰਗੀ ਦਾ ਉਹਨੂੰ ਗਿਆਨ ਹੈ, ਸਰੰਦੇ ਦਾ ਗਿਆਨ ਹੈ। ਅਤੇ ਮੈਂ ਬਹੁਤ ਚਿਰ ਦਾ ਮੇਰੇ ਮਨ ਵਿੱਚ ਵੀ ਸ਼ੌਕ ਸੀਗਾ ਕਦੇ ਇੱਕ ਤੰਤੀ ਸਾਜ਼ ਸਿੱਖਾਂ। ਉਹਨੂੰ ਮੈਂ ਪੁੱਛਿਆ, ਕਹਿੰਦਾ ਵੀ ਤੁਸੀਂ ਲੈ ਆਓ ਸਰੰਦਾ, ਲੈ ਆਓ ਮੇਰੇ ਘਰੋਂ। ਉਹ ਹੁਣ ਜਾ ਕੇ ਦੇਖੋ, ਮਹਾਰਾਜ ਨੇ ਬਖਸ਼ਿਸ਼ ਕੀਤੀ ਤੇ ਬੁੱਧੀ ਚੱਲ ਵੀ, ਹੁਣ ਤਾਂ ਮੋਟੀ ਹੋ ਗਈ ਹੈ ਨਾ, ਬੁੱਢੇ ਹੁੰਦੇ ਜਾ ਰਹੇ ਆ, ਪਤਾ ਨਹੀਂ ਸਿੱਖ ਪਾਵਾਂਗੇ ਨਹੀਂ, ਉਭਰਨਾਂਗੇ ਵੀ ਆਜ ਗਈ ਹੈ, ਪਰ ਕੋਸ਼ਿਸ਼ ਕਰਨੀ ਹੈ। ਹਾਂਜੀ, ਬਚਪਨ ਦਾ ਸ਼ੌਕ ਸੀ। ਦੋ ਸ਼ੌਕ ਮੇਰੇ ਰਹਿ ਗਏ, ਇੱਕ ਗੱਤਕੇ ਦਾ, ਇੱਕ ਗੱਤਕਾ ਕਰਨਜੀਤ ਸਿਖਾਉਂਦਾ, ਇਹਨੂੰ ਬਹੁਤ ਵਾਰ ਕਿਹਾ, ਛੱਡ ਦਿੰਦਾ ਮੈਨੂੰ ਵਿੱਚੇ। ਤੇ ਦੂਜਾ ਮੇਰਾ ਸੀਗਾ ਤੰਤੀ ਸਾਜ਼ਾਂ ਦਾ। ਤੰਤੀ ਸਾਜ਼ਾਂ ਦਾ ਕੋਸ਼ਿਸ਼ ਕਰਨੀ ਹੋ ਸਾਰੇ, ਇਹ ਆਪਾਂ ਸਾਰਿਆਂ ਦੀ ਜ਼ਿੰਮੇਵਾਰੀ ਹੈ। ਕੋਈ
ਇੱਕ ਸੰਸਥਾ ਤੇ ਆਪਾਂ ਡਿਪੈਂਡ ਨਹੀਂ ਹੋਣਾ। ਹਰ ਕੋਈ ਬਲੇਮ ਦੇ ਦੇਣਾ ਸ਼੍ਰੋਮਣੀ ਕਮੇਟੀ ਕੀ ਕਰ, ਉਹਨੇ ਨਹੀਂ ਕਰਨਾ। ਹਰ ਸਿੱਖ ਆਪਣੇ ਆਪ ਵਿੱਚ ਹੀ ਸੰਸਥਾ ਹੈ। ਆਪਾਂ ਸੰਸਥਾ ਹੈਗੇ ਆ ਸਾਰੇ। ਮਹਾਰਾਜ ਨੇ ਉਹ ਜਿਹੜਾ ਤੁਹਾਨੂੰ ਕੀਤਾ ਨਾ, ਮਹਾਰਾਜ ਨੇ ਸਾਰੇ ਤੁਹਾਨੂੰ ਗੁਣ ਦੇਤੇ ਨੇ, ਸਭ ਤਾਕਤਾਂ ਤੁਹਾਡੇ ਵਿੱਚ ਆ ਗਈਆਂ ਨੇ, ਆਪਣੇ ਆਪ 'ਚ ਸੰਸਥਾ ਹੈਗੇ ਹੋ। ਉਹ ਤਾਕਤਾਂ ਵਰਤੋ, ਉਹਨਾਂ ਨੂੰ ਪਛਾਣੋ, ਹੈ ਨਾ। ਉਹ ਤਾਕਤਾਂ ਵਰਤ ਕੇ ਤੇ ਕੌਮ ਦੀ ਚੜ੍ਹਦੀ ਕਲਾ ਵਾਸਤੇ ਆਪਾਂ ਸਾਰੇ ਨੇ। ਸੋ ਇਹ ਜੇ ਗੁਰਮਤਿ ਸੰਗੀਤ ਦਾ ਜਿਹੜੀ ਮਰਿਆਦਾ ਸੀ ਉਹ ਲੁਪਤ ਹੋ ਰਹੀ ਹੈ, ਉਹਨੂੰ ਸੰਭਾਲੀ ਆਪਾਂ ਕਰ ਸਕਦੇ ਹਾਂ, ਹੈ ਨਾ। ਜਿਨ੍ਹਾਂ ਨੂੰ ਸ਼ੌਂਕ ਹੈ ਗੁਰਬਾਣੀ ਕੀਰਤਨ ਦਾ, ਹੁਣ ਤੰਤੀ ਸਾਜਾਂ ਵੱਲ, ਰਾਗ ਵਿਦਿਆ ਵੱਲ ਜਾਓ, ਉਧਰ ਨੂੰ ਜਾਓ, ਹੈ ਨਾ। ਖੁੱਲ੍ਹਾ ਕੀਰਤਨ ਆਪਾਂ ਬਹੁਤ ਕਰ ਲਿਆ, ਨਾਲ ਨਾਲ ਥੋੜ੍ਹਾ ਥੋੜ੍ਹਾ ਰਾਗਬੱਧ ਵੀ ਕੀਰਤਨ ਕਰਨਾ ਸ਼ੁਰੂ ਕਰੀਏ। ਇਹ ਇੱਕ ਸਟੈਪ ਬਾਏ ਸਟੈਪ ਹੈ ਸਾਰਾ ਕੁਝ। ਇੱਕ ਦਿਨ ਵਿੱਚ ਕੁਝ ਵੀ ਨਹੀਂ ਪ੍ਰਾਪਤ ਹੋ ਜਾਂਦਾ ਹੁੰਦਾ। ਇਹ ਨਹੀਂ ਆਪਾਂ ਸਿੱਧੀ ਅਖੀਰੀ ਤੰਬੇ ਤੇ ਪਹੁੰਚ ਜਾਵਾਂਗੇ। ਪੌੜੀ ਇੱਕ ਇੱਕ ਤੰਬਾ ਕਰਕੇ ਚੜ੍ਹਿਆ ਜਾਂਦਾ, ਤੇ ਇੱਕ ਸਟੈਪ ਤਾਂ ਲਈਏ, ਹੌਲੀ ਹੌਲੀ ਚੜ੍ਹਾਂਗੇ ਤੇ ਉਹ ਮੰਜ਼ਿਲ ਵੀ ਹਾਜ਼ਰ ਪਹੁੰਚ ਜਾਵਾਂਗੇ ਆਪਾਂ। ਔਰ ਇੱਥੋਂ ਹੀ ਬਦਲ ਆਉਣਾ ਹੈ। ਉਹਨਾਂ ਸੰਸਥਾਵਾਂ ਤੋਂ ਜਿਨ੍ਹਾਂ ਤੋਂ ਆਪਾਂ ਆਸ ਰੱਖ ਕੇ ਬੈਠੇ ਹਾਂ, ਭੁੱਲ ਜਾਓ, ਕਦੇ ਵੀ ਬਦਲ ਨਹੀਂ ਆਉਣਾ ਉੱਥੋਂ ਦੀ। ਆਪਾਂ ਲਿਆਵਾਂਗੇ ਤੇ ਉਹ ਸੰਸਥਾਵਾਂ ਵੀ ਬਦਲ ਜਾਣਗੀਆਂ। ਹਾਂਜੀ, ਇਸ ਤਰ੍ਹਾਂ ਹੀ ਪਹਿਲਾਂ ਵੀ ਐਂ ਹੋਇਆ। ਗੁਰਧਾਮਾਂ ਦੇ ਵਿੱਚ ਪਾਪ ਹੁੰਦਾ ਸੀਗਾ, ਸਾਡੇ ਗੁਰਧਾਮਾਂ 'ਚ ਪਾਪ ਕਮਾਇਆ ਜਾਂਦਾ ਸੀਗਾ, ਵਿਵਚਾਰ ਹੁੰਦਾ ਸੀਗਾ, ਹਰ ਪ੍ਰਕਾਰ ਦੇ ਜੋ ਪਾਪ ਸਿੱਖ ਨੂੰ ਵਰਜਿਤ ਨੇ ਉਹ ਮਹੰਤ ਕਰਦੇ ਸੀ। ਸਿੱਖ ਜਾਗਰੂਕ ਹੋਏ, ਸਿੱਖਾਂ ਨੇ ਆਪਣੀ ਤਾਕਤ ਪਛਾਣੀ, ਆਪਣੀ ਜ਼ਿੰਮੇਵਾਰੀ ਪਛਾਣੀ ਤੇ ਬਦਲ ਗਿਆ ਨਾ ਨਿਜ਼ਾਮ ਸਾਰਾ। ਉਹ ਮਹੰਤ ਕੱਢਤੇ ਨਾ ਸਾਰੇ। ਕੀ ਹੋਇਆ? ਸਿੰਘਾਂ ਨੇ ਆਪਣਾ ਸੰਭਾਲਿਆ ਪ੍ਰਬੰਧ, ਪਰ ਅਫਸੋਸ ਉਸ ਵੇਲੇ ਅਸੀਂ ਦੂਰਅੰਦੇਸ਼ੀ ਨਹੀਂ ਦਿਖਾਈ। ਗੋਰਿਆਂ ਨੇ ਸਾਨੂੰ ਇਲੈਕਸ਼ਨ ਸਿਸਟਮ ਵਿੱਚ ਪਾ ਦਿੱਤਾ। ਉਹ ਸਾਡੀ ਤਰਾਸਦੀ ਬਣ ਗਈ। ਉਹ ਇਲੈਕਸ਼ਨ ਸਿਸਟਮ ਕਈ ਸਾਲ ਤੱਕ ਸੋਹਣਾ ਚੱਲਦਾ ਰਿਹਾ, ਕਿਉਂਕਿ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੈਂਬਰਸ ਹੁੰਦੇ ਸੀਗੇ ਉਹ ਹਰ ਇਲਾਕੇ ਵੰਡ ਦਿੱਤੇ ਗਏ ਨਾ। ਤੇ ਪਹਿਲਾਂ ਕੀ ਹੁੰਦਾ ਸੀਗਾ, ਇਲਾਕੇ ਦਾ ਜਿਹੜਾ ਚੰਗਾ ਗੁਰਸਿੱਖ ਹੁੰਦਾ ਸੀਗਾ ਉਹ ਇਲਾਕੇ ਦੀ ਸੰਗਤਾਂ ਉਹਨੂੰ ਨੋਮੀਨੇਟ ਕਰਦੀਆਂ ਸੀ, ਹੈ ਨਾ। ਜੇ 2 ਹੋ ਗਏ ਤਾਂ ਇਲੈਕਸ਼ਨ ਹੋ ਗਿਆ। ਸੋ ਇਹਨਾਂ ਦੇ ਇਲਾਕੇ 'ਚ ਸੰਗਤਾਂ ਨੇ ਕਿਹਾ ਭਾਈ ਸਾਹਿਬ ਜੀ ਤੁਸੀਂ ਜਾਣਾ ਹੈ। ਆਪਣੇ ਬਾਊ ਮਲ ਸਿੰਘ ਜੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਰਹੇ, ਤੁਹਾਨੂੰ ਪਤਾ? ਬਾਊ ਮਲ ਸਿੰਘ ਜੀ ਸ਼੍ਰੋਮਣੀ ਕਮੇਟੀ ਮੈਂਬਰ ਰਹੇ ਬਹੁਤ ਸਾਲ। ਕਿਉਂ? ਇਲਾਕੇ ਦੀ ਸੰਗਤਾਂ ਨੂੰ ਕਹਿੰਦੀਆਂ ਸੀ ਤੁਸੀਂ ਜਾਓ, ਔਰ ਉਹਨਾਂ ਦੇ ਮੁਕਾਬਲੇ ਕੋਈ ਖੜਦਾ ਨਹੀਂ ਸੀ, ਹੈ ਨਾ। ਤੇ ਤਾਂ ਹੀ ਜਦ ਤੱਕ ਉੱਥੇ ਇਸ ਤਰ੍ਹਾਂ ਗੁਰਸਿੱਖ ਜਾਂਦੇ ਰਹੇ, ਉਦੋਂ ਤੱਕ ਤਾਂ ਕੰਮ ਵੀ ਠੀਕ ਰਿਹਾ। ਤੁਸੀਂ ਪੁਰਾਣੇ ਗੁਰਮਤੇ ਪੜ੍ਹੋ, ਸ਼੍ਰੋਮਣੀ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੇ ਮਤਿਆਂ ਦੀ ਪੁਸਤਕ ਆ ਉਹ ਪੜ੍ਹੋ। ਉਹਦੇ 'ਚ ਇੰਨੇ ਪਿਆਰੇ ਮਤੇ ਲਿਖੇ ਗਏ ਨੇ, ਉਹਦੇ ਪਤਾ ਲੱਗਦਾ ਵੀ ਸੂਝਵਾਨ ਗੁਰਸਿੱਖ ਜਿਨ੍ਹਾਂ ਨੂੰ ਇਤਿਹਾਸ ਦਾ, ਗੁਰਬਾਣੀ ਦਾ, ਹਾਂਜੀ, ਸਿੱਖ ਮਰਿਆਦਾ ਦਾ ਜਿਨ੍ਹਾਂ ਨੂੰ ਬੋਧ ਹੈ, ਜਿਹੜੇ ਜੀਵਨ 'ਚ ਸਿੱਖੀ ਕਮਾਉਂਦੇ ਨੇ, ਉਹਨਾਂ ਨੇ ਬੈਠ ਕੇ ਉਹ ਮਤੇ ਪਾਸ ਕੀਤੇ ਨੇ। ਅੱਜ ਤੱਕ ਕੀ ਹੋ ਰਿਹਾ? ਅੱਜ ਤਾਂ ਮਤੇ ਕਿਤੇ ਪਾਸ ਹੁੰਦੇ ਨੇ? ਹਾਂਜੀ, ਇੱਕ ਤਾਂ ਆਰਡਰ ਆਉਂਦਾ, ਉਹ ਤੋਤੇ ਬੋਲ ਦਿੰਦੇ ਖੜੇ ਹੋ ਕੇ ਉੱਥੇ। ਤੋਤੇ ਨੂੰ ਬੋਲਿਆ ਜਾਂਦਾ ਵੀ ਤੂੰ ਆਹ ਬੋਲਣਾ, ਉਹ ਬੋਲ ਦਿੰਦਾ, ਉਹ ਸਾਰੇ ਕੌਮ ਤੇ ਲਾਗੂ ਹੋ ਜਾਂਦਾ। ਉਹ ਇਹ ਬਦਲ ਤਾਂ ਹੀ ਆਊਗਾ ਜਦ ਜਿਵੇਂ ਮਹੰਤ ਬਦਲੇ ਗਏ ਸੀ ਉਸ ਤਰ੍ਹਾਂ ਇਹ ਬਦਲੇ। ਜਦ ਤੱਕ ਕੌਮ ਸਾਰੀ ਨਹੀਂ ਜਾਗਰੂਕ ਹੋ ਜਾਂਦੀ, ਉਹ ਸਾਡੀ ਉਹ ਰਾਜੇ ਬਣ ਜਾਈਏ, ਟੁੰਡੇ ਨਾ ਰਹੇ, ਧੋਬੀ ਦੇ ਨੌਕਰ ਨਾ ਬਣੇ ਰਹੀਏ। ਹਾਂਜੀ, ਰਾਜੇ ਆਪਣੀ ਪਛਾਣੀ ਅਸੀਂ ਰਾਜੇ ਹੈਗੇ ਆ। ਅੰਦਰ ਸਾਡੇ ਮਹਾਰਾਜ ਨੇ ਤਾਕਤ ਬਖਸ਼ੀ ਹੈ, ਉਹ ਅੰਦਰ ਹੀ ਬੈਠਾ ਹੈ ਸਾਡੇ, ਹੈ ਨਾ। ਫਰਕ ਕੋਈ ਨਹੀਂ ਹੈ, ਉਹਦੇ ਅੰਦਰ ਅਸੀਂ ਬੈਠੇ ਆ, ਉਹ ਸਾਡੇ ਅੰਦਰ ਬੈਠਾ ਹੈ। ਬੜੀ ਅਜਬ ਕਹਾਣੀ ਹੈ। ਹਾਂਜੀ, ਸਗਲ ਸਮਗਰੀ ਏਕਸ ਘਟ ਮਾਹੇ, ਸਗਲ ਸਮਗਰੀ ਏਕਸ ਘਟ ਮਾਹੇ। ਏਕਸ ਘਟ ਕੌਣ? ਅਕਾਲ ਪੁਰਖ। ਸਾਰੀ ਦੀ ਸਾਰੀ ਰਚਨਾ ਉਹਦੇ ਵਿੱਚ ਹੈ। ਫਿਰ ਕਹਿੰਦੇ ਨੇ ਘਟ ਘਟ ਅੰਤਰ ਸਰਬ ਅੰਤਰ ਕੇਵਲ ਏਕ ਮੁਰਾਰੀ। ਉਹੀ ਜਿਹੜਾ ਘਟ ਹੈਗਾ ਉਹ ਸਾਰਿਆਂ ਦੇ ਵਿੱਚ ਹੀ ਸਮਾਇਆ ਹੋਇਆ। ਇਹ ਕਹਾਣੀ ਕੁਛ ਇਸ ਤਰ੍ਹਾਂ ਦੀ ਬਣ ਗਈ। ਇੱਕ ਘਰ ਹੈਗਾ, ਘਰ ਦਾ ਇੱਕ ਕਮਰਾ ਹੈ, ਉਹਦੇ 'ਚ ਮੈਨੂੰ ਤਾੜਤਾ। ਹੁਣ ਮੇਰੇ ਵਾਸਤੇ ਉਹੀ ਘਰ ਹੈਗਾ, ਬਸ ਉਹੀ ਮੇਰੀ ਜ਼ਿੰਦਗੀ ਹੈ, ਉਹੀ ਮੇਰੇ ਵਾਸਤੇ ਸੰਸਾਰ ਹੈ। ਫਿਰ ਕਿਸੇ ਨੇ ਤਰਸ ਕੀਤਾ, ਉਹਨੇ ਦਰਵਾਜ਼ਾ ਖੋਲ੍ਹਤਾ ਮੇਰੇ ਵਾਸਤੇ। ਹੁਣ ਮੈਨੂੰ ਲਿਵਿੰਗ ਰੂਮ ਵੀ ਮਿਲ ਗਿਆ। ਹੁਣ ਮੇਰੇ ਵਾਸਤੇ ਥੋੜ੍ਹਾ ਜਿਹਾ ਦਾਇਰਾ ਵੱਧ ਗਿਆ। ਹੁਣ ਹੋਰ ਉਹਨਾਂ ਤਰਸ ਆਇਆ, ਉਹਨਾਂ ਨੇ ਮੈਨੂੰ ਕਿਚਨ ਵੀ ਖੋਲ੍ਹ ਦਿੱਤੀ। ਹੁਣ ਮੈਂ ਘਰ ਦੇ ਕਿਚਨ 'ਚ ਵੀ ਜਾ ਸਕਦਾ, ਮੈਂ ਆਪਣੇ ਆਪ ਪ੍ਰਸ਼ਾਦਾ ਤਿਆਰ ਕਰ ਸਕਦਾ। ਮੇਰੀ ਹੋਰ ਕਿਸਮਤ ਖੁੱਲੀ, ਘਰ ਦਾ ਦਰਵਾਜ਼ਾ ਖੁੱਲ੍ਹ ਗਿਆ, ਮੈਂ ਬਾਹਰ ਆ ਗਿਆ। ਮੇਰਾ ਵਰਾਂਡਾ, ਘਰ ਦਾ ਵਿਹੜਾ, ਘਰ ਦੇ ਦੁਆਲੇ ਛੋਟੀ ਜਿਹੀ ਬਗੀਚੀ, ਇਹ ਮੈਨੂੰ ਦਿਖਣ ਲੱਗ ਪਈ। ਹੁਣ ਕੀ ਹੋਇਆ? ਹੁਣ ਮੈਂ ਆਪਣੀ ਮਿਹਨਤ ਕੀਤੀ, ਮਿਹਨਤ ਕਰਦਿਆਂ ਮੈਨੂੰ ਹੁਣ ਸ਼ਹਿਰ ਦੇ ਵਿੱਚ ਇੱਕ ਉੱਚੀ ਥਾਂ ਮਿਲ ਗਈ। ਮੈਂ ਸਾਰਾ ਸ਼ਹਿਰ ਦੇਖ ਰਿਹਾ, ਹੈ ਨਾ। ਸਾਰਾ ਸ਼ਹਿਰ ਦੇਖਦੇ ਮੈਂ ਪੂਰੇ ਮੁਲਕ ਦਾ ਬਣ ਗਿਆ ਰਾਜਾ। ਹੁਣ ਮੈਂ ਸਾਰਾ ਮੁਲਕ ਦੇਖ ਰਿਹਾ, ਮੁਲਕ ਤੋਂ ਵੀ ਉੱਪਰ ਗਿਆ, ਹੁਣ ਧਰਤੀ ਤੋਂ ਉੱਪਰ ਚਲੀ ਗਈ। ਹੁਣ ਧਰਤੀ ਸਾਰੀ ਦਿਖਦੀ ਪਈ ਹੈ ਨਾ। ਉਹੀ ਗੁਰੂ ਨਾਨਕ ਸਾਹਿਬ ਜਿਹੜੇ ਨੇ ਨਾ, ਇਹ ਅਕਾਲ ਪੁਰਖ ਦੀ ਥਾਂ 'ਤੇ ਬੈਠ ਕੇ ਸਾਰਾ ਕੁਝ ਦੇਖ ਰਹੇ ਨੇ। ਜਿੱਥੇ ਅਕਾਲ ਪੁਰਖ ਬੈਠੇ ਨੇ ਉੱਥੇ ਗੁਰੂ ਨਾਨਕ ਸਾਹਿਬ ਬੈਠੇ। ਫਰਕ ਨਹੀਂ ਹੈ ਨਾ। ਜੋਤ ਰੂਪ ਹਰ ਆਪ ਗੁਰੂ ਨਾਨਕ ਹੈ, ਫਰਕ ਨਹੀਂ ਹੈ। ਗੁਰੂ ਨਾਨਕ ਜੋਤ ਰੂਪ ਅਕਾਲ ਪੁਰਖ ਹੀ ਹੈ, ਉਹਨਾਂ ਦਾ ਸਰੂਪ ਹੈ। ਤੇ ਜਿੱਥੇ ਅਕਾਲ ਪੁਰਖ ਹੈ ਉੱਥੇ ਗੁਰੂ ਨਾਨਕ ਨੇ। ਗੁਰੂ ਨਾਨਕ ਸਾਰਾ ਕੁਝ ਦੇਖ ਰਹੇ ਨੇ।
ਉਹਨਾਂ ਨੂੰ ਦਿਖਦਾ ਪਿਆ ਵੀ ਕਿਵੇਂ ਅਕਾਲ ਪੁਰਖ ਦੇ ਵਿੱਚ ਸਾਰਾ ਕੁਝ ਸਮਾਇਆ ਹੈ ਤੇ ਕਿਵੇਂ ਅਕਾਲ ਪੁਰਖ ਸਾਰਿਆਂ ਵਿੱਚ ਸਮਾਇਆ ਹੋਇਆ। ਸਾਡੇ ਵਾਸਤੇ ਔਖਾ ਹੈ ਕਿਉਂਕਿ ਅਸੀਂ ਜੇ ਹੁਣ ਇਹੀ ਧਰਤੀ ਤੋਂ ਉੱਪਰ ਜਾ ਕੇ ਦੇਖਾਂਗੇ, ਸਾਨੂੰ ਸਪੋਜ਼ ਲਓ ਆਪਾਂ ਸਪੇਸ ਵਿੱਚ ਚਲੇ ਗਏ ਇੱਥੋਂ ਦੇ, ਹਾਂਜੀ, ਜਿੱਥੇ ਸੈਟਲਾਈਟ ਚੱਲਦੀਆਂ ਨੇ, ਤੁਹਾਨੂੰ ਇਹ ਜੋ ਬੈਠੇ ਆ ਤੰਬੂ ਉੱਥੇ ਦਿਖਣਗੇ ਆਪਾਂ ਨੂੰ? ਕੀ ਦਿਖੇਗਾ? ਇੱਕ ਧਰਤੀ ਦਿਖੇਗੀ, ਹੈ ਨਾ। ਸਮੇਂ ਦਾ ਵੀ ਜਿਹੜਾ ਆਪਾਂ ਇੱਥੇ ਸਮਾਂ ਰਾਤ ਦਿਨ ਦਾ ਫਰਕ ਪਾ ਰਹੇ ਆ ਨਾ, ਇਹ ਵੀ ਇੱਥੇ ਵਾਸਤੇ ਆ। ਹਰਨ ਭਰਨ ਜਾ ਕਾ ਨੇਤਰ ਫੋਰ ਕਹਿੰਦੇ ਨਾ, ਹਰਨ ਭਰਨ ਜਾ ਕਾ ਨੇਤਰ ਫੋਰ। ਕਿਵੇਂ ਹੋ ਗਿਆ ਨੇਤਰ ਫੋਰ? ਇੰਨੇ 'ਚ ਕਰ ਦਿੰਦਾ? ਨਹੀਂ, ਇਹ ਤਾਂ ਸਾਡੀ ਟਾਈਮ ਦੀ ਲਿਮਿਟ ਹੈਗੀ ਹੈ। ਇਹ ਤਾਂ ਸਾਡੇ ਟਾਈਮ ਦੀ, ਉਹਦਾ ਟਾਈਮ ਹੋਰ ਹੈ। ਉਹ ਤਾਂ ਕਾਲ ਤੋਂ ਰਹਿਤ ਹੈ, ਉਹ ਸਮੇਂ ਤੋਂ ਰਹਿਤ ਹੈਗਾ। ਉਹਦਾ ਹੋਰ ਹੀ ਵਿਧਾਨ ਹੈ। ਕਿਵੇਂ ਵਿਧਾਨ ਹੈ? ਜਿਹਨਾਂ ਸਾਇੰਸ ਪੜ੍ਹੀ ਹੈ, ਥਿਓਰੀ ਆਫ ਰਿਲੇਟਿਵਿਟੀ ਪੜ੍ਹੀ ਹੈ, ਯਾਦ ਹੈ ਕਿਸੇ ਨੂੰ ਥਿਓਰੀ ਆਫ ਰਿਲੇਟਿਵਿਟੀ? ਨਹੀਂ ਹੈ? ਹਾਂ, ਉਹ ਤਾਂ ਫਾਰਮੂਲਾ ਦੱਸਦਾ ਨਾ ਉਹਦਾ ਉਹ ਕੀ ਹੈਗਾ, ਫਰਕ ਕੀ ਹੈ। ਮੈਂ ਇੱਥੋਂ ਤੁਰ ਕੇ ਉੱਥੇ ਤੱਕ ਆਇਆ, ਮੇਰੀ ਸਪੀਡ ਹੈਗੀ ਹੈ ਨਾ। ਇੱਥੋਂ ਤੁਰ ਕੇ ਉੱਥੇ ਆਇਆ, ਮੇਰੀ ਇੱਕ ਸਪੀਡ ਬਣ ਗਈ। ਹੁਣ ਫਰਜ਼ ਕਰੋ ਇੱਕ ਟ੍ਰੇਨ ਦੇ ਡੱਬੇ 'ਚ ਬੈਠਾ ਮੈਂ, ਟ੍ਰੇਨ 100 ਮੀਲ ਦੀ ਰਫ਼ਤਾਰ ਨਾਲ ਭੱਜੀ ਜਾ ਰਹੀ ਹੈ। ਮੈਂ ਤੁਰ ਕੇ ਉੱਥੋਂ ਦੀ ਉੱਥੇ ਤੱਕ ਗਿਆ ਬੱਚੀ ਕੋਲ, ਮੇਰੀ ਸਪੀਡ ਉਹੀ ਹੈ, ਪਰ ਮੈਂ ਕੀ ਉੱਥੇ ਹੀ ਹੈਗਾ? ਮੈਂ ਉੱਥੇ ਹੀ ਹਾਂ? ਨਹੀਂ ਨਾ। ਬਾਹਰ ਦੇ ਮੁਲਕ ਦੁਨੀਆ ਦੇ ਹਿਸਾਬ ਨਾਲ ਮੈਂ 100 ਮੀਲ ਨਾਲ ਲੱਗੇ ਚਲਾ ਗਿਆ, 100 ਮੀਲ ਦੀ ਸਪੀਡ ਨਾਲ ਲੱਗੇ ਚਲਾ ਗਿਆ। ਇਸ ਤਰ੍ਹਾਂ ਹੀ ਅਸੀਂ ਹੈ। ਆ ਧਰਤੀ ਦੇ ਉੱਤੇ ਬੈਠੇ, ਧਰਤੀ ਪਤਾ ਕਿਸ ਸਪੀਡ ਨਾਲ ਚੱਲਦੀ ਪਈ? ਸੂਰਜ ਦੇ ਦੁਆਲੇ। ਹਾਂਜੀ, ਆਈਡੀਆ ਹੈ ਕਿਸੇ ਨੂੰ? ਧਰਤੀ ਕਿਸ ਸਪੀਡ ਨਾਲ ਚੱਲਦੀ ਪਈ ਸੂਰਜ ਦੇ ਦੁਆਲੇ? 30 ਕਿਲੋਮੀਟਰ ਪਰ ਸੈਕਿੰਡ। ਅਸੀਂ ਇਸ ਸਪੀਡ ਨਾਲ ਚੱਲਦੇ ਪਏ ਹਾਂ। ਅਸੀਂ ਵੀ ਇਸ ਸਪੀਡ ਨਾਲ ਧਰਤੀ ਦੇ ਨਾਲ ਚੱਲਦੇ ਪਏ ਹਾਂ। 30 ਕਿਲੋਮੀਟਰ ਪਰ ਸੈਕਿੰਡ, ਪਰ ਆਵਰ ਨਹੀਂ, ਪਰ ਮਿੰਟ ਨਹੀਂ, ਪਰ ਸੈਕਿੰਡ। ਇੱਕ ਸੈਕਿੰਡ 'ਚ 30 ਕਿਲੋਮੀਟਰ, ਮਤਲਬ ਇੱਥੋਂ ਕਿੱਥੇ ਪਹੁੰਚ ਗਏ? ਕਾਲਕਾ ਪਹੁੰਚ ਗਏ ਇੱਕ ਸੈਕਿੰਡ 'ਚ। ਜਾ ਰਹੇ ਹਾਂ ਅਸੀਂ। ਇਸ ਤੋਂ ਵੀ ਵੱਡੀ ਹੁਣ ਇਹ ਵੀ ਨਹੀਂ ਹੈ, ਇੱਥੇ ਵੀ ਨਹੀਂ ਹੈ। ਧਰਤੀ ਕਿਹਦੇ ਦੁਆਲੇ ਘੁੰਮਦੀ ਪਈ ਹੈ? ਸੂਰਜ ਕਿਹਦੇ ਦੁਆਲੇ ਘੁੰਮਦਾ ਪਿਆ? ਉਹਦਾ ਵੀ ਇੱਕ ਤੁਰਾ ਹੈਗਾ। ਸੂਰਜ ਕਿਸ ਸਪੀਡ ਨਾਲ ਘੁੰਮਦਾ ਪਿਆ? 230 ਕਿਲੋਮੀਟਰ ਪਰ ਸੈਕਿੰਡ। ਅਸੀਂ 230 ਕਿਲੋਮੀਟਰ ਸਪੀਡ ਨਾਲ ਚੱਲਦੇ ਪਏ ਹਾਂ। ਸੋਚ ਸਕਦੇ ਹੋ? ਆਪਾਂ ਤਾਂ ਇੰਨੇ ਕਹਿ ਗਏ ਆ, ਆਹ ਹਸਤੀ ਹੈ ਸਾਡੀ, ਇਸੇ ਵਿੱਚ ਅਸੀਂ ਗੁਮਾਨ ਕਰੀ ਜਾਂਦੇ ਹਾਂ ਅਸੀਂ ਬਹੁਤ ਵੱਡੇ ਹਾਂ, ਹੈ ਨਹੀਂ। ਅਸੀਂ ਤਾਂ ਧਰਤੀ ਤੋਂ ਇੱਕ ਮਲੇਸ਼ੀਆ ਦਾ ਜਹਾਜ਼ ਡਿੱਗਿਆ ਸੀਗਾ ਸਮੁੰਦਰ 'ਚ, ਹੈ ਨਾ। ਇਸ ਧਰਤੀ 'ਤੇ ਡਿੱਗਿਆ ਨਾ, ਅੱਜ ਤੋਂ ਉਹਦਾ ਖੁਰਾ ਖੋਜ ਨਹੀਂ ਲੱਭਿਆ, ਸਮੁੰਦਰ 'ਚੋਂ ਨਹੀਂ ਲੱਭ ਸਕੇ ਉਹਨੂੰ। ਕਿੱਡਾ ਵੱਡਾ ਜਹਾਜ਼ ਹੁੰਦਾ, 300 ਸਵਾਰੀਆਂ, 350 ਸਵਾਰੀਆਂ ਬਹਿ ਜਾਂਦੀ ਇੱਕ ਜਹਾਜ਼ ਦੇ ਵਿੱਚ। ਨਾਲ ਮਣਾ ਮੂੰਹ ਸਮਾਨ ਲੈ ਜਾਂਦਾ, ਕਈ ਹਜ਼ਾਰ ਕੁਇੰਟਲ ਟਨ ਥੱਲੇ ਉਹਦੇ ਕਾਰਗੋ ਹੁੰਦਾ। ਹਾਂਜੀ, ਉਹ ਜਹਾਜ਼ ਜਿਹੜਾ ਸਾਡੇ ਵਰਗੇ ਉਹਦੇ 'ਚ 5-7 ਕੈਪ, ਕਿੰਨੇ ਆਪਾਂ 100 ਹੈਗੇ ਨਾ, 3 ਕੈਪ ਉਹਦੇ 'ਚ ਬੈਠ ਸਕਦੇ ਨੇ। ਉਹ ਜਹਾਜ਼ ਡਿੱਗਿਆ ਤੇ ਲੱਭ ਨਹੀਂ ਰਿਹਾ। ਕਿੰਨੇ ਸਾਲ ਹੋ ਗਏ ਨੇ? 4-5 ਸਾਲ ਹੋ ਗਏ। ਇਹ ਹਸਤੀ ਹੈ ਸਾਡੀ। ਸੋ ਮਹਾਰਾਜ ਦੀ ਜਿਹੜੀ ਰਚਨਾ ਹੈ ਨਾ, ਉੱਥੇ ਸਮਾਂ ਨਹੀਂ ਹੈ, ਸਮਾਂ ਬਦਲਦਾ ਹੈ, ਸਮਾਂ ਰਿਲੇਟਿਵ ਹੈਗਾ। ਇਸ ਧਰਤੀ 'ਤੇ ਆਪਾਂ ਬੈਠੇ, ਇੱਥੇ ਸਾਡੇ ਵਾਸਤੇ ਸਮਾਂ ਹੋਰ ਹੈ। ਜਦੋਂ ਧਰਤੀ ਦੇ ਹਿਸਾਬ ਨਾਲ ਦੇਖਦੇ ਸਾਡਾ ਸਮਾਂ ਹੋਰ ਹੈ। ਅਸੀਂ ਇੱਕ ਕਾਰ ਵਿੱਚ ਬੈਠੇ ਹਾਂ, ਕਾਰ ਵਿੱਚ ਮੈਂ ਅੱਗੇ ਬੈਠਾ, ਮੈਂ ਪਿੱਛੇ ਕੋਈ ਚੀਜ਼ ਸੁੱਟੀ, ਉਹ ਇੱਕ ਸਪੀਡ ਨਾਲ ਗਈ ਹੈ, ਪਰ ਕਾਰ ਵੀ ਇੱਕ ਸਪੀਡ ਨਾਲ ਜਾ ਰਹੀ ਹੈ। ਉਹ ਆਪਣੀ ਲੋਕੇਸ਼ਨ ਧਰਤੀ ਦੇ ਹਿਸਾਬ ਨਾਲ ਸਪੀਡ ਕਿਤੇ ਹੋਰ ਚਲੀ ਗਈ ਜਗ੍ਹਾ। ਇਹ ਹੋ ਰਿਹਾ ਸਾਡੇ ਨਾਲ। ਇਸ ਤਰ੍ਹਾਂ ਹੀ ਹਰਨ ਭਰਨ ਜਾ ਕਾ ਨੇਤਰ ਫੋਰ। ਇਸ ਤਰ੍ਹਾਂ ਮਹਾਰਾਜ ਦੇ ਹੁਕਮ ਦੇ ਵਿੱਚ ਕਈ ਧਰਤੀਆਂ ਸਜ ਰਹੀਆਂ ਨੇ, ਕਈ ਖਤਮ ਹੋ ਰਹੀਆਂ ਨੇ। ਇਸ ਵੇਲੇ ਹੁਣ ਵੀ ਹੋ ਰਹੀ ਹੈ, ਕੋਈ ਧਰਤੀ ਬਣ ਰਹੀ ਹੈ, ਕੋਈ ਖਤਮ ਹੋਈ, ਕੋਈ ਤਾਰਾ ਪੈਦਾ ਹੋ ਰਿਹਾ, ਕੋਈ ਮੁੱਕ ਰਿਹਾ, ਕੋਈ ਗਲੈਕਸੀ ਪੂਰੀ ਦੀ ਪੂਰੀ ਬਣ ਕੇ ਖਤਮ ਹੋ ਰਹੀ ਹੈ। ਲਾਈਟ ਈਅਰਸ ਵਿੱਚ ਗੱਲ ਕਰਦੇ ਸਮੇਂ ਕਿੰਨਾ ਸਮਾਂ ਲੱਗਦਾ ਹੈ? 8 ਮਿੰਟ ਲੱਗਦੇ ਸੂਰਜ ਦੀ ਕਿਰਨ ਨੂੰ ਇੱਥੇ ਆਉਂਦੇ ਆ। ਜਦੋਂ ਸਵੇਰੇ ਉਗਦਾ ਹੈ, ਉਹਨੂੰ ਇੱਥੇ ਧਰਤੀ ਤੱਕ ਆਉਣ 'ਚ ਕਿੰਨੇ ਮਿੰਟ ਲੱਗਦੇ ਨੇ? 8 ਮਿੰਟ। ਕਿੰਨੀ ਦੂਰ ਹੈ ਸੂਰਜ? ਲਾਈਟ ਈਅਰਸ ਵਿੱਚ ਅਸੀਂ ਇਸ ਕਰਕੇ ਗੱਲ ਕਰਦੇ ਹਾਂ। ਇੰਨਾ ਦੂਰ ਹੈ, ਇੰਨਾ ਵੱਡਾ ਉਹਦਾ। ਉਹ ਕਹਿੰਦੇ ਬਹੁਤਾ ਕਹੀਏ ਬਹੁਤਾ ਹੋਏ। ਸਾਇੰਟਿਸਟ ਵੀ ਬਣ ਗਏ। ਉਹ ਜੋ ਦੇਖਣ ਲੱਗੇ, ਇੱਕ ਦੂਰਬੀਨ ਲਾਈ, ਉਹ ਕਹਿੰਦੇ ਬਹੁਤ ਵੱਡਾ ਹੈ। ਦੂਰਬੀਨ ਹੋਰ ਵੱਡੀ ਕਰਕੇ ਵੱਡੇ ਪਹਾੜ ਦੀ ਟੀਸੀ 'ਤੇ ਲਾਤੀ, ਉਹ ਹੋਰ ਵੀ ਦਿਖਣ ਲੱਗ ਪਿਆ। ਹੋਰ ਕਰੋ, ਦੂਰਬੀਨ ਸਪੇਸ ਵਿੱਚ ਲੈ ਗਏ, ਹਬਲ ਟੈਲੀਸਕੋਪ ਉੱਥੇ ਰੱਖਤਾ, ਉਹ ਵੀ ਕਹਿੰਦੇ ਹਲੇ ਵੀ ਨਹੀਂ ਦਿਖਦਾ ਪਿਆ। ਉਹ ਪਤਾ ਕਿੰਨਾ ਕੁ ਹੈਗਾ? ਛੋਟਾ ਜਿਹਾ ਕੰਕੜ ਲੈ ਲਈਏ ਨਾ, ਹਬਲ ਸਪੋਕ ਨੇ, ਟੈਲੀਸਕੋਪ ਨੇ ਕਿੰਨੀ ਧਰਤੀ ਦੀ ਕੈਪਚਰ ਕੀਤੀ ਹੈ ਫੋਟੋ ਉਹਦੀ। ਇੱਥੇ ਮੈਂ ਇੱਕ ਛੋਟਾ ਜਿਹਾ ਇੱਕ ਰੇਤ ਦਾ ਦਾਣਾ ਰੱਖ ਲੈਣਾ, ਰੇਤ ਦਾ ਦਾਣਾ। ਇਹ ਅੱਖ ਬੰਦ ਕਰਕੇ ਦੇਖਾਂ, ਇਹਦੇ ਪਿੱਛੇ ਜਿੰਨੀ ਕੁ ਉਸ ਰੇਤ ਦੇ ਦਾਣੇ ਪਿੱਛੇ ਜਿੰਨਾ ਕੁ ਆਕਾਸ਼ ਲੁਕਦਾ ਪਿਆ ਨਾ, ਓਨਾ ਕੀ ਐਕਸਪਲੋਰ ਕਰ ਸਕੇ ਹਲੇ ਤੱਕ। ਇੱਕ ਰੇਤ ਦੇ ਦਾਣੇ ਦੇ ਪਿੱਛੇ ਜਿੰਨਾ ਕੁ ਲੁਕ ਰਿਹਾ, ਓਨਾ ਕੁ ਐਕਸਪਲੋਰ ਕਰ ਸਕੇ ਹੈ। ਮਹਾਰਾਜ ਨੇ ਕਹਿਤਾ ਸੀ ਨਾ, ਬਹੁਤਾ ਕਹੀਏ ਬਹੁਤਾ ਹੋਏ। ਉਹ ਕਹਿੰਦੇ ਸੀ ਯੂਨੀਵਰਸ ਹੁੰਦਾ ਹੈ ਨਾ,
ਅੱਜ ਕਹਿੰਦੇ ਨਹੀਂ ਮਲਟੀਵਰਸ ਹੈ, ਇੱਕ ਯੂਨੀਵਰਸ ਨਹੀਂ ਮਲਟੀਪਲ ਯੂਨੀਵਰਸ ਹੈਗੇ ਨੇ, ਮਲਟੀਵਰਸ ਕਹਿ ਰਹੇ ਨੇ ਅੱਜ। ਉਹ ਵੀ ਅਸਰ 'ਚ ਵਿਚਾਰ ਰਹੇ ਨੇ, ਪਰ ਪ੍ਰੋਬਲਮ ਹੈ ਉਹ ਹੁਣ ਸਾਇੰਟਿਸਟ ਨੇ, ਹੈ ਨਾ। ਗਿਆਨ ਤਾਂ ਅਕਾਲ ਪੁਰਖ ਨੇ ਦਿੱਤਾ ਉਹਨਾਂ ਨੂੰ, ਤੇ ਪਰ ਉਹ ਅਕਾਲ ਪੁਰਖ ਦੀ ਹਸਤੀ ਨਹੀਂ ਮੰਨ ਪਾਉਂਦੇ, ਇਸ ਕਰਕੇ ਉਹ ਕੁਛ ਨਾ ਕੁਛ ਹੋਰ ਨਾਂ ਲੈ ਦਿੰਦੇ ਨੇ, ਕਦੇ ਸੁਪਰ ਇੰਟੈਲੀਜੈਂਸ ਕਹਿ ਦੇਣਗੇ, ਕਦੇ ਕੁਛ ਹੋਰ ਕਹਿ ਦੇਣਗੇ, ਕੁਛ ਕਹਿ ਦੇਣਗੇ, ਪਰ ਉਹ ਵਾਹਿਗੁਰੂ ਹੀ ਹੈ ਨਾ, ਕਰਨ ਕਾਰਨ ਵਾਲਾ ਇੱਕੋ ਅਕਾਲ ਪੁਰਖ। ਸਭ ਕੁਛ ਰਚਨਾ ਉਹਦੀ ਹੈ। ਹਰਨ ਭਰਨ ਜਾ ਕਾ ਨੇਤਰ ਹੋ, ਤਿਸਕਾ ਮੰਤਰ ਨਾ ਜਾਣੇ ਹੋਰ। ਉਹਦਾ ਕੀ ਉਹਦੀ ਮੰਤਰ ਹੈ, ਉਹਦਾ ਕੀ ਗਿਆਨ ਹੈ, ਉਹ ਕੀ ਸੋਚ ਰਿਹਾ ਕੋਈ ਨਹੀਂ ਜਾਣ ਸਕਦਾ, ਅਕਾਲ ਪੁਰਖ ਖੁਦ ਹੀ, ਹੈ ਨਾ। ਉਹ ਕਿਸੇ ਬੀਆ ਪੂਛਣਾ ਮਸਲਤ ਤਰ ਹੈ, ਜੋ ਕੁਛ ਕਰੇ ਆਪੇ ਕਰੇ, ਕਿਸੇ ਨੂੰ ਪੁੱਛਣਾ ਨਹੀਂ ਉਹਨੇ, ਉਹਦੀ ਰਜ਼ਾ ਵਿੱਚ ਸਭ ਕੁਝ ਚੱਲ ਰਿਹਾ। ਸੋ ਉਹ ਆਪਾਂ ਆਪਣੀ ਹਸਤੀ ਪਛਾਣੀਏ ਕਿੱਥੇ ਹੈ, ਫਿਰ ਇਹ ਵੀ ਪਛਾਣੀਏ ਅਸੀਂ ਕਿੰਨੇ ਵਡਭਾਗੇ ਹਾਂ, ਕਿਸ ਤਰ੍ਹਾਂ ਦਾਤੇ ਨੇ ਸਾਨੂੰ ਕਿੰਨੀਆਂ ਬਖਸ਼ਿਸ਼ਾਂ ਕੀਤੀਆਂ। ਦੁਨੀਆ ਦੇ ਸਭ ਤੋਂ ਵਡਭਾਗੇ ਗੁਰਸਿੱਖ ਨੇ, ਜਿਹਨਾਂ ਨੂੰ ਗੁਰਸਿੱਖੀ ਮਿਲ ਗਈ, ਜਿਹਨਾਂ ਨੂੰ ਗੁਰੂ ਨਾਨਕ ਮਿਲਿਆ, ਗੁਰਬਾਣੀ ਦੀ ਦਾਤ ਮਿਲ ਗਈ, ਗੁਰਬਾਣੀ ਨਾਲ ਜਿਹਨਾਂ ਦਾ ਪਿਆਰ ਪੈ ਗਿਆ। ਇਹ ਦਾਤ ਕਿਉਂਕਿ ਗੁਰਬਾਣੀ ਕੀ ਹੈ, ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਇਹ ਨਿਰੰਕਾਰ ਦੀ ਬਾਣੀ ਹੈ। ਇਹ ਫਰਕ ਇੰਨਾ ਹੈਗਾ, ਜੋ ਪਰਮੇਸ਼ਰ ਦੇ ਦੁਆਰੇ ਵਰਤ ਰਿਹਾ ਉਹ ਅਕਾਲ ਗੁਰੂ ਨਾਨਕ ਸਾਹਿਬ ਨੇ ਸਾਨੂੰ ਲਿਖਤੀ ਰੂਪ ਵਿੱਚ ਦੇਤਾ। ਗੁਰੂ ਨਾਨਕ ਸਾਹਿਬ ਕੀ ਬਣ ਗਏ ਸਾਡੇ ਵਾਸਤੇ, ਟਰਾਂਸਲੇਟਰ, ਦੁਭਾਸ਼ੀ ਬਣ ਗਏ, ਕਿਉਂਕਿ ਉੱਥੇ ਦੀ ਬਾਣੀ ਹੋਰ ਹੈ, ਉੱਥੇ ਦੀ ਭਾਸ਼ਾ ਹੋਰ ਹੈ। ਉਹ ਗੁਰੂ ਨਾਨਕ ਸਾਹਿਬ ਤੇ ਅਕਾਲ ਪੁਰਖ ਆਪਸ ਵਿੱਚ ਗੱਲਾਂ ਕਰ ਲੈਂਦੇ ਨੇ, ਅਸੀਂ ਉਸ ਭਾਸ਼ਾ 'ਚ ਗੱਲ ਹੀ ਨਹੀਂ ਕਰ ਸਕਦੇ। ਗੁਰੂ ਨਾਨਕ ਸਾਹਿਬ ਨੇ ਕੀ ਕੀਤਾ, ਸਾਡੀ ਭਾਸ਼ਾ ਵਿੱਚ ਜਿਹੜੀ ਭਾਸ਼ਾ ਅਸੀਂ ਸਮਝ ਸਕਦੇ ਹਾਂ, ਸਾਹਮਣੇ ਗੁਰਮੁਖੀ ਲਿਪੀ ਦਿੱਤੀ, ਗੁਰਮੁਖੀ ਭਾਸ਼ਾ ਦਿੱਤੀ, ਉਹਦੇ ਵਿੱਚ ਉਹਨਾਂ ਨੇ ਬ੍ਰਹਮ ਗਿਆਨ ਅਕਾਲ ਪੁਰਖ ਦਾ ਉਹਦੇ 'ਚ ਪਾ ਕੇ ਸਾਨੂੰ ਦੇ ਦਿੱਤਾ। ਉਹੀ ਜੋ ਉੱਥੇ ਵਰਤ ਰਿਹਾ, ਜੋ ਗੁਰੂ ਨਾਨਕ ਸਾਹਿਬ ਜਦੋਂ ਗੁਰੂ ਨਾਨਕ ਅਕਾਲ ਪੁਰਖ ਜੀ ਨਾਲ ਗੱਲਾਂ ਕਰਦੇ ਆ ਨਾ, ਉਹੀ ਗੱਲਾਂ ਇਹ ਗੁਰੂ ਗ੍ਰੰਥ ਸਾਹਿਬ ਹੈ, ਬਸ ਸਾਡੀ ਭਾਸ਼ਾ 'ਚ ਹੈ, ਟਰਾਂਸਲੇਟ ਕਰਕੇ ਦਿੱਤਾ। ਜਿਵੇਂ ਮੈਂ ਕੁਝ ਬੋਲਾਂ, ਤੁਸੀਂ ਉਹਨੂੰ ਇੰਗਲਿਸ਼ ਟਰਾਂਸਲੇਟ ਕਰਕੇ ਕਿਸੇ ਨੂੰ ਹੋਰ ਨੂੰ ਦੱਸ ਦਿਓ, ਉਹਨੂੰ ਫਰੈਂਚ ਵਿੱਚ ਦੱਸ ਦਿਓ। ਇਸ ਤਰ੍ਹਾਂ ਮਹਾਰਾਜ ਨੇ ਇਸ ਧਰਤੀ ਦੇ ਵਸਨੀਕਾਂ ਵਾਸਤੇ ਜਿਹੜੀ ਗੱਲ ਅਸੀਂ ਸਮਝ ਸਕਦੇ, ਜਿਸ ਤਰੀਕੇ ਨਾਲ ਸਮਝ ਸਕਦੇ, ਉਸ ਹਿਸਾਬ ਨਾਲ ਸਾਡੇ ਵਾਸਤੇ ਲਿਆ ਕੇ ਪਰੋਸ ਕੇ ਸਾਨੂੰ ਥਾਲ ਦੇਤਾ। ਥਾਲ ਵਿੱਚ 3 ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਅੱਗੇ ਇੱਥੇ ਖੜ ਜਾਓ, ਇੱਥੇ ਖੜ ਜਾਓ, ਜੇ ਕੋ ਖਾਵੇ, ਹਾਂਜੀ, ਪੁੰਚਣਾ ਵੀ ਹੈ, ਖਾਣਾ ਕੱਲਾ ਨਹੀਂ ਹੈ, ਪੜ੍ਹਨਾ ਨਹੀਂ ਹੈ, ਉਹਨੂੰ ਵਿਚਾਰਨਾ ਵੀ ਹੈ, ਉਹਨੂੰ ਹਿਰਦੇ 'ਚ ਵਸਾਉਣਾ ਵੀ ਹੈ, ਪੜ੍ਹ ਨਹੀਂ ਲੈਣਾ, ਪੁੰਚਣਾ ਹੈ। ਪੁੰਚਣਾ ਹੁੰਦਾ ਉਹਨੂੰ ਹਜਮ ਕਰਨਾ, ਮੂੰਹ 'ਚ ਪਾ ਲਿਆ, ਹੈ ਨਾ, ਉਹਦਾ ਸਵਾਦ ਵੀ ਲੈਣਾ, ਮੂੰਹ 'ਚ ਪਾਇਆ ਉਹਨੂੰ ਸਵਾਦ ਲੈ ਕੇ ਖਾਣਾ, ਹੈ ਨਾ, ਐਂ ਸੁੱਟੀ ਨਹੀਂ ਜਾਣਾ। ਸੋ ਪੜ੍ਹ ਕੇ ਵਿਚਾਰ ਕੇ ਉਹ ਰਸ ਲੈਣਾ ਉਹਦਾ ਬਾਣੀ ਦਾ। ਜੇ ਕੋ ਖਾਵੇ ਜੇ ਕੋ ਪੁੱਛੇ ਤਾਂ ਤਿਸ ਕਾ ਹੋਏਗਾ। ਤਾਂ ਉਦਾਹਰਣ ਅਸੀਂ ਪੜ੍ਹੀ ਜਾਂਦੇ ਹੈ ਨਾ, ਹੁਣ ਉਹਨੂੰ ਵਿਚਾਰ ਕੇ ਉਹਦਾ ਰਸ ਵੀ ਲੈਣਾ ਚਾਹੀਏ, ਉਹਦੇ ਨਾਲ ਪਿਆਰ ਵੀ ਪਾਉਣਾ ਸ਼ੁਰੂ ਕਰੀਏ। ਗੁਰੂ ਕਿਰਪਾ ਕਰੇ ਸਾਡਾ ਆਇਆ ਸਫਲਾ ਹੋਵੇ। ਅਤੇ ਮਾਫੀ ਚਾਹੁੰਦਾ, ਗਲਤ ਸਮੇਂ 'ਤੇ ਗਲਤ ਬੰਦਾ ਤੁਹਾਡੇ ਸਾਹਮਣੇ ਆ ਕੇ ਖੜਾ ਹੋ ਗਿਆ, ਹਾਂਜੀ, ਅਤੇ ਜਿਹਨੂੰ ਨਕਲਾਂ ਹੀ ਕਰਨੀਆਂ ਆਉਂਦੀਆਂ ਨੇ, ਇੱਧਰੋਂ ਉੱਧਰੋਂ ਇਕੱਠਾ ਕੀਤਾ, ਉਹ ਤੁਹਾਡੇ ਸਾਹਮਣੇ ਲਿਆਇਆ। ਪਤਾ ਨਹੀਂ ਕਿਸ ਤਰ੍ਹਾਂ ਪੇਸ਼ ਕਰ ਸਕਿਆ, ਆਪਣੇ ਵੱਲੋਂ ਪੂਰੀ ਇਮਾਨਦਾਰੀ ਨਾਲ ਕੋਸ਼ਿਸ਼ ਕੀਤੀ ਹੈ ਥੋੜ੍ਹਾ ਜਿਹਾ ਤੁਹਾਡੇ ਵਾਸਤੇ ਇੰਟਰਸਟਿੰਗ ਬਣਾ ਸਕਾਂ, ਪਰ ਮੈਨੂੰ ਪਤਾ ਹੈ ਕਿ ਵੀ ਇਹ ਸਬਜੈਕਟ ਹੈ ਵੀ ਬੋਰਿੰਗ ਨੇ, ਪਰ ਜ਼ਰੂਰੀ ਵੀ ਨੇ, ਆਪਾਂ ਇਹਨੂੰ ਛੱਡ ਨਹੀਂ ਸਕਦੇ, ਹਾਂਜੀ। ਜੇ ਤੁਹਾਡੇ ਮਨ ਨੂੰ ਕੁਛ ਗੱਲ ਪਾ ਕੇ ਉਹਨੂੰ ਸਮਾ ਲਿਓ, ਉੱਤੇ ਵਿਚਾਰ ਲਿਓ, ਉਹਨੂੰ ਨਾਲ ਲੈ ਜਾਇਓ। ਇਹ ਸਾਰਾ ਨਿਚੋੜ ਹੀ ਹੈ ਜੋ ਕੁਛ ਹੁਣ ਤੱਕ ਬੋਲੇ, ਜਿਹਨਾਂ ਭਾਈ ਸਾਹਿਬ ਨੇ ਬੋਲਿਆ, ਜਿਹਨਾਂ ਭਾਈ ਨਿਸ਼ਾਨ ਸਿੰਘ ਜੀ ਨੇ ਬੋਲਿਆ, ਉਹਨਾਂ ਵਿੱਚੋਂ ਹੀ ਚੱਕ ਕੇ ਕੁਛ ਤੁਹਾਡੇ ਸਾਹਮਣੇ ਪਰੋਸਿਆ। ਕੋਈ ਫਰਕ ਨਹੀਂ ਹੈਗਾ, ਉਹੀ ਗੱਲਾਂ ਨੇ, ਪ੍ਰੈਜੈਂਟੇਸ਼ਨ ਡਿਫਰੈਂਟ ਹੈਗੀ ਹੈ। ਆਪਾਂ ਉੱਥੇ ਹੀ ਪਹੁੰਚਣਾ, ਰਾਜੇ ਦੇ ਪੁੱਤਰ ਬਣ ਜਾਈਏ, ਹਾਂਜੀ। ਆਪਾਂ ਨੌਕਰ ਨਹੀਂ ਰਹਿਣਾ ਕਿਸੇ ਦਾ, ਅਸੀਂ ਧੁਰੋਂ ਹੀ ਅਸੀਂ ਰਾਜੇ ਬਣ ਕੇ ਆਏ ਹਾਂ। ਅਤੇ ਆਪਣੀ ਪ੍ਰਾਲਬਧ ਨੂੰ ਪਛਾਣੀਏ, ਆਪਣੇ ਅੰਦਰ ਜਿਹੜਾ ਰਾਜਾ ਬੈਠਾ ਹੈ ਉਹਨੂੰ ਪਛਾਣੀਏ ਅਤੇ ਆਪ ਰਾਜੇ ਬਣੀਏ, ਹਾਂਜੀ। ਰਾਜਾ ਸਗਲ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਉਹ ਨਾਮ ਅੰਦਰ ਭਿੰਨਾ, ਹਰ ਨਾਮ ਮਨ। ਵਾਹਿਗੁਰੂ 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 ਵਾਹਿਗੁਰੂ। ਪਰ ਕਿਹਦੇ ਵਾਸਤੇ ਕੀਤਾ? ਵਸਤਾ ਟੁੱਟੀ ਝੋਂਪੜੀ ਚੀਰ ਸਭ ਛਿੰਨਾ, ਉਹਦੇ ਵਾਸਤੇ ਅੱਗੇ ਜਾ ਕੇ ਜਾਤ ਨਾ ਪਤ ਨਾ ਆਦਰੋ ਉਦਿਆਨ ਪ੍ਰਮਿੰਨਾ, ਮਿੱਤਰ ਨਾ ਇਸ਼ਟ ਧਨ ਰੂਪਹੀਨ ਕਿਛ ਸਾਖ ਨਾ ਸਿੰਨਾ। ਇਹ ਸਾਰਾ ਜੋ ਦੁਨੀਆ ਦੇ ਜਿਨ੍ਹਾਂ ਨੂੰ ਦੁਨੀਆ ਸਕਸੈਸ ਦਾ ਮੀਟਰ ਮੰਨਦੀ ਹੈ ਨਾ, ਉਹ ਸਾਰਾ ਕੁਛ ਹੀ ਨਹੀਂ ਹੈਗਾ। ਝੋਪੜੀ 'ਚ ਵਸ ਰਿਹਾ ਉਹ ਵੀ ਟੁੱਟੀ ਹੈ, ਉਹ ਵੀ ਉੱਤੋਂ ਚੋਰ ਹੀ ਹੈ, ਕੱਪੜੇ ਵੀ ਸਾਰੇ ਪਾਟੇ ਹੋਏ ਨੇ,
ਹਾਂਜੀ ਕੋਈ ਸਾਥ ਨਹੀਂ ਹੈ, ਕੋਈ ਸੰਗੀ ਸਾਥੀ ਨਹੀਂ, ਇਕੱਲਾ ਹੀ ਵਿਚਰਦਾ ਪਿਆ ਹੈ ਨਾ। ਕੋਈ ਆਦਰ ਵੀ ਨਹੀਂ ਕਰਦਾ ਪਿਆ ਸੰਸਾਰ ਵਿੱਚ, ਕਿਉਂਕਿ ਹੈ ਹੀ ਨਹੀਂ ਕੋਈ। ਸੰਸਾਰ ਵਿੱਚ ਆਦਰ ਤਾਂ ਮਾਇਆ ਦਾ ਹੈ ਨਾ, ਜਿਹਦੇ ਕੋਲ ਪੈਸਾ ਉਹਦਾ ਆਦਰ ਹੈ, ਉਹਦੇ ਕੋਲ ਪੈਸੇ 'ਚ ਕੋਈ ਆਦਰ ਨਹੀਂ ਕਰ ਰਿਹਾ, ਕਿਉਂਕਿ ਉਹਨਾਂ ਦੇ ਆਦਰ ਦਾ ਪੈਮਾਨਾ ਡਿਫਰੈਂਟ ਹੈਗਾ। ਪਰ ਕਹਿੰਦੇ ਜਿਹਦੇ ਹਿਰਦੇ 'ਚ ਨਾਮ ਹੈ, ਮਹਾਰਾਜ ਕਹਿੰਦੇ ਮੇਰੇ ਵਾਸਤੇ ਤਾਂ ਰਾਜਾ ਹੈ। ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪੈਨਾ। ਸੋ ਰਾਜੇ ਬਣੀਏ ਆਪਾਂ, ਹਾਂਜੀ ਰਾਜੇ ਹੈਗੇ ਆ, ਰਾਜੇ ਹੈਗੇ ਆ ਆਪਾਂ, ਪਰ ਅਸੀਂ ਭੁੱਲੇ ਬੈਠੇ ਆ